बहुत शौक सी ਉਹਨੂੰ ਬਾਹਰ ਜਾਵਾਂ। ਅੱਜ ਕੱਲ੍ਹ ਮੁੰਡੇ ਜਾ ਰਹੇ ਨੇ, ਤਾਂਹੀਓ ਕਰਕੇ ਮੈਂ ਉਹੀ ਗੱਲ ਆਪਣਾ ਸੁਪਨਾ ਰੋਕ ਕੇ ਉਹਦਾ ਉਹ ਕੀਤਾ ਵੀ ਉਹਦਾ ਪੂਰਾ ਹੋ ਜੂ ਸੁਪਨਾ। ਰੋਗ ਤੋਂ ਲਾ ਕੇ ਵਿਆਹ ਤੋਂ ਲਾ ਕੇ 25 ਲੱਖ ਰੁਪਏ ਖਰਚ ਹੋਇਆ ਸਾਡਾ। ਅੱਛਾ ਜੀ। ਹਾਂ, 1 ਕਿੱਲਾ ਗਹਿਣੇ ਧਰਿਆ ਹੋਇਆ ਹੈ। ਅੱਛਾ ਜੀ। ਹਾਂ, ਬਾਕੀ ਸਾਡੇ ਪ੍ਰਾਹੁਣੇ ਤੋਂ ਪੈਸੇ ਲੱਤੇ ਨੇ, ਮੇਰੇ ਸਹੁਰਿਆਂ ਤੋਂ ਪੈਸੇ ਲੱਤੇ ਨੇ। ਇੱਕ ਇੱਥੇ ਪਿੰਡ 'ਚੋਂ ਵੀ ਇੱਕ ਬੰਦੇ ਤੋਂ ਫਿਰ 2 ਲੱਖ ਫੜਿਆ ਹੋਇਆ। ਉਹ ਚਾਹੁੰਦਾ ਸੀ ਵੀ ਆਪਣੇ ਪਰਿਵਾਰਾਂ ਦੀ ਇੱਜ਼ਤ ਨਾ ਰੁਲੇ, ਸਾਡੀ ਬੇਇੱਜ਼ਤੀ ਨਾ ਹੋਵੇ, ਵੀ ਭੂਆ ਨੇ ਰਿਸ਼ਤਾ ਕਰਵਾਇਆ ਵੀ ਉਹਨਾਂ ਦੀ ਇੱਜ਼ਤ ਨਾ ਰੁਲੇ। ਬਲਕਿ ਉਹ ਐਂ ਵੀ ਕਹਿੰਦਾ ਸੀਗਾ ਵੀ ਮੈਨੂੰ ਤੇਰੇ ਬਿਨਾਂ ਕੈਨੇਡਾ ਵੀ ਨਹੀਂ ਚੰਗੀ ਲੱਗਦੀ। ਉੱਧਰੋਂ ਡਿਪੋਰਟ ਹੋਣੀ ਚਾਹੀਦੀ ਆ, ਅੱਗੇ ਕੁੜੀਆਂ ਨੂੰ ਵੀ ਅਕਲ ਆ ਜੂਗੀ, ਅੱਗੇ ਤੋਂ ਕੋਈ ਧੋਖਾਧੜੀ ਨਹੀਂ ਕਰਨਗੀਆਂ, ਐਵੇਂ ਆਪਣੇ ਲਾਈਫ ਪਾਰਟਨਰ ਸਹੀ ਰਹਿਣਗੀਆਂ। ਅੱਛਾ, ਜਦੋਂ ਸੁਸਾਈਡ ਬਾਰੇ ਲਿਖਦਾ ਸੀ ਫਿਰ ਉਹਦਾ ਕੋਈ ਰਿਪਲਾਈ ਕਿੱਦਾਂ ਦਾ ਆਉਂਦਾ ਸੀ? ਕੋਈ ਰਿਪਲਾਈ ਆਉਂਦਾ ਸੀ? ਬਾਈ ਕੋਈ ਰਿਪਲਾਈ ਨਹੀਂ। ਬਾਅਦ ਇੱਕ ਥਾਂ ਉਹਨਾਂ ਨੇ ਬੈਲਡਾ ਨਹੀਂ ਕਰਿਆ ਹੈ ਜਿੰਨੇ ਨਿਬੜ ਲੈ ਵੀ ਜੇ ਤੇਰੇ ਕਿਸੇ ਨਾਲ ਹੋਰ ਸਾਈਟਿੰਗ ਹੈ ਇੱਥੇ ਕੋਈ ਚੱਕਰ ਨਹੀਂ, ਵੀ ਤੂੰ ਮੈਨੂੰ ਇੱਥੋਂ ਕੇਰਾਂ ਲੈ ਜਾ, ਇੱਥੇ ਛੱਡ ਦੇ, ਵੀ ਮੈਂ ਤੇਰੀ ਜ਼ਿੰਦਗੀ 'ਚ ਇੰਟਰਫੇਅਰ ਨਹੀਂ ਕਰੂੰਗਾ। ਇੱਕ ਵਾਰ ਉਹਨੂੰ ਕਿਹਾ, ਕਹਿੰਦਾ ਵੀ ਮੈਨੂੰ ਆਈਫੋਨ ਦਵਾ ਦੇ ਜਾਂ ਡਾਲਰ ਦੇ ਦੇ ਕੁਛ, ਕਹਿੰਦੇ ਡਾਲਰ ਝਾੜਾ ਨੂੰ ਨਹੀਂ ਲੱਗਦੇ ਇੱਥੇ। ਫਿਰ ਇੱਕ ਦਿਨ ਇਹਨੇ ਕਿਹਾ, ਕਹਿੰਦਾ ਮੈਨੂੰ ਡਾਲਰ ਫੋਨ 'ਚ ਦਿਖਾ ਦੇ। ਕਹਿੰਦੇ ਇੱਥੇ ਆ ਕੇ ਕਮਾ ਲਈ, ਕਹਿੰਦੇ ਆਪੇ ਦੇਖ ਲਿਆਂਗੇ। ਵੀ ਜੋ ਹੁਣ ਉਹਨੇ ਵਰਕ ਪਰਮਿਟ ਅਪਲਾਈ ਕੀਤਾ ਹੋਇਆ ਉਹਦੇ ਵਿੱਚ ਉਹ ਅਨਮੈਰਿਡ ਸ਼ੋਅ ਕੀਤਾ ਹੋਇਆ। ਜਿਹੜਾ ਉਹਨੇ ਮੇਕਅਪ ਨਹੀਂ ਕਰਿਆ, ਸਿੰਪਲ ਜਮਾ ਆਈ ਗਿਆ, ਮੇਰਾ ਫੇਸ ਖਰਾਬ ਹੁੰਦਾ ਹੈ, ਸੜਾ ਜਿਹਾ ਉਹਨੇ ਲਹਿੰਗਾ ਚੱਕ ਕੇ ਪਾਇਆ ਹੋਇਆ, ਲੱਛਣ ਤਾਂ ਉਹਦੇ ਦੀਂਦੇ ਤੇ, ਪਰ ਅੱਖਾਂ ਹੀ ਮੀਚ ਲਿਆ ਸਾਰਿਆਂ ਨੇ ਵੀ ਚੱਲ ਕਿਹੜਾ ਮੁੰਡਾ ਵਗ ਜੀ। ਜੋਬ ਲੈਟਰ ਤਾਂ ਤਾਂ ਦਿੰਦੀ ਜੇ ਉੱਥੇ ਵਾਈਫ ਆਫ ਲਵਪ੍ਰੀਤ ਸਿੰਘ ਲਿਖਾਇਆ ਹੁੰਦਾ ਜੀ ਉਹਨੇ। ਉਹ ਜਦੋਂ ਵੀ ਲਾਡੀ ਫੋਨ ਕਰਦਾ ਉਹ ਕਹਿੰਦੀ ਵੀ ਲੋਕਡਾਊਨ ਲੱਗਿਆ ਹੋਇਆ, ਮੈਨੂੰ ਵਕੀਲ ਨਹੀਂ ਮਿਲਦਾ, ਮੈਂ ਜਾਊਂਗੀ, ਮੈਂ ਉੱਥੇ ਜਾਊਂਗੀ, ਇੱਥੇ ਆਹ ਪ੍ਰੋਬਲਮ ਹੈ, ਉੱਧਰ ਗਏ ਨੇ, ਵੀ ਮੇਰਾ ਚਲਾਨ ਨਾ ਹੋ ਜਾਏ ਗੱਡੀ ਦਾ, ਬਹੁਤ ਕੁਛ। ਬਸ ਇਹਨੂੰ ਲਾਰੇ ਲਾਈ ਜਾਂਦੀ ਸੀ ਵੀ ਉਹਨੂੰ ਕੋਈ ਐਮਰਜੈਂਸੀ ਹੋਣੀ ਹੈ, ਵੀ ਮੈਂ ਜਾਂ ਫੋਨ ਚੱਕ ਹੀ ਲੈ, ਰਿਪਲਾਈ ਤਾਂ ਕੀ ਕਰਨਾ। ਉਹਨੇ ਨਾ ਰਿਪਲਾਈ ਕੀਤਾ ਤੇ ਨਾ ਫੋਨ ਚੁੱਕਿਆ। ਰਿਜੈਕਟ ਵੀ ਕੀਤੀਆਂ ਨੇ ਵਿੱਚ 2-3 ਕਾਲਾਂ ਉਹਦੀਆਂ। ਸਤਿ ਸ਼੍ਰੀ ਅਕਾਲ, ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ। ਮੈਂ ਹਾਂ ਜਸ ਕਰੇਵਾਲ। ਆਇਲਸ ਪੰਜਾਬੀ ਮੁੰਡੇ ਕੁੜੀਆਂ ਦੇ ਲਈ ਬਾਹਰ ਜਾਣ ਦਾ ਸੁਖਾਲਾ ਰਾਹ ਆ। ਮੁੰਡੇ ਕੁੜੀਆਂ 12ਵੀਂ ਕਰਦੇ ਨੇ, ਉਸ ਤੋਂ ਬਾਅਦ ਆਇਲਸ ਕਰਦੇ ਨੇ ਤੇ ਜਹਾਜ਼ਾਂ 'ਤੇ ਚੜ੍ਹ ਵਿਦੇਸ਼ਾਂ ਦੇ ਵਿੱਚ ਚਲੇ ਜਾਂਦੇ ਨੇ ਆਪਣਾ ਭਵਿੱਖ ਸੁਨਹਿਰਾ ਕਰਨ ਦੇ ਲਈ, ਆਪਣਾ ਆਉਣ ਵਾਲਾ ਕੱਲ੍ਹ ਸੁਖਾਲਾ ਕਰਨ ਦੇ ਲਈ। ਪਰ ਹੁਣ ਦੇ ਟਾਈਮ ਦੇ ਵਿੱਚ ਇੱਕ ਟਰੈਂਡ ਅਜਿਹਾ ਚੱਲਿਆ ਹੋਇਆ ਆ ਕਿ ਕੁੜੀ ਨੂੰ ਆਇਲਸ ਕਰਵਾ ਦਿੱਤੀ ਜਾਂਦੀ ਆ, ਉਸ ਤੋਂ ਬਾਅਦ ਜਿਹੜਾ ਮੁੰਡਾ ਲੱਭਿਆ ਜਾਂਦਾ ਜਿਹੜਾ ਕੁੜੀ ਦੇ ਉੱਪਰ ਪੈਸੇ ਲਗਾਵੇ। ਤਾਂ ਕੁੜੀ ਦੇ ਉੱਪਰ ਜਿਹੜਾ ਮੁੰਡਾ ਪੈਸੇ ਲਗਾਉਂਦਾ ਆ, ਉਸ ਤੋਂ ਬਾਅਦ ਜਿਹੜਾ ਆ ਬਾਹਰ ਦੀ ਧਰਤੀ 'ਤੇ ਕੁੜੀ ਪਹੁੰਚਦੀ ਆ, ਤੇ ਤਾਂ ਜੋ ਬਾਅਦ ਦੇ ਵਿੱਚ ਜਿਹੜਾ ਮੁੰਡੇ ਨੂੰ ਵੀ ਲੈ ਜਾਊਗੀ ਕਿ ਭਾਈ ਪੱਕਾ ਹੋਣ 'ਤੇ। ਪਰ ਇਹਦੇ ਵਿੱਚ ਕੁਝ ਤਸਵੀਰਾਂ ਉਹ ਸਾਹਮਣੇ ਆਉਂਦੀਆਂ ਨੇ ਜਿਹੜੀਆਂ ਦਰਦ ਬਿਆਨ ਕਰਦੀਆਂ ਨੇ ਉਹਨਾਂ ਪਰਿਵਾਰਾਂ ਦੇ ਜਿਨ੍ਹਾਂ ਦੇ ਨਾਲ ਇਹ ਚੀਜ਼ਾਂ ਹੋਈਆਂ ਨੇ ਕਿ ਇੱਕ ਵਾਰ ਪੈਸੇ ਲਾ ਕੇ ਆਪਣਾ ਆਪ ਵੇਚ ਕੇ ਆਪਣੀਆਂ ਜ਼ਮੀਨਾਂ ਗਹਿਣੇ ਕਰਕੇ ਆਪਣੇ ਘਰ ਗਹਿਣੇ ਕਰਕੇ ਕੁੜੀਆਂ ਨੂੰ ਬਾਹਰ ਭੇਜ ਦਿੱਤਾ ਜਾਂਦਾ ਆ, ਪਰ ਉਸ ਤੋਂ ਬਾਅਦ ਹੁੰਦਾ ਕੁਛ ਨਹੀਂ। ਪੱਲੇ ਕੀ ਪੈਂਦੀ ਆ? ਪੱਲੇ ਉਸ ਤੋਂ ਬਾਅਦ ਧੋਖਾਧੜੀ ਪੈਂਦੀ ਆ। ਅੱਜ ਇੱਕ ਅਜਿਹੇ ਪਰਿਵਾਰ ਦੀ ਦਾਸਤਾਨ ਤੁਹਾਨੂੰ ਸੁਣਾਵਾਂਗੇ, ਅਜਿਹੇ ਪਰਿਵਾਰ ਦੇ ਨਾਲ ਤੁਹਾਨੂੰ ਬਣਾਵਾਂਗੇ ਜਿਹੜਾ ਇਹ ਸੰਤਾਪ ਹੰਢਾ ਰਿਹਾ ਆ। ਪਿਛਲੇ ਦਿਨਾਂ ਦੇ ਵਿੱਚ ਇੱਕ ਤਸਵੀਰ ਧਨੌਲੇ ਤੋਂ ਜਿਹੜੀ ਸਾਹਮਣੇ ਆ ਰਹੀ ਆ ਮੁੰਡੇ ਕੁੜੀ ਦੀ, ਕਿ ਵਿਆਹ ਹੁੰਦਾ ਆ, ਪਰਿਵਾਰ ਵੱਲੋਂ 24 ਲੱਖ ਰੁਪਏ ਲਾ ਕੇ ਕੁੜੀ ਨੂੰ ਵਿਦੇਸ਼ ਦੇ ਵਿੱਚ ਭੇਜਿਆ ਜਾਂਦਾ ਆ, ਪਰ ਉਸ ਤੋਂ ਬਾਅਦ ਬਣਦਾ ਕੀ ਆ? ਮੁੰਡੇ ਨੂੰ ਜਿਹੜਾ ਹੈ ਸੁਸਾਈਡ ਕਰਨਾ ਪੈਂਦਾ ਆ। ਕਿਉਂ? ਕਿਉਂਕਿ ਕੁੜੀ ਇਗਨੋਰ ਕਰਨ ਲੱਗ ਗਈ। ਸੋ ਅਸਲੀਅਤ ਕੀ ਆ? ਪਰਿਵਾਰ ਦੇ ਵਿੱਚ ਅਸੀਂ ਖੜ੍ਹੇ ਹਾਂ, ਪਰਿਵਾਰਕ ਮੈਂਬਰ ਸਾਡੇ ਨਾਲ ਹੋਣਗੇ, ਅਸਲੀ ਗੱਲ 'ਤੇ ਝਾਤ ਮਾਰਾਂਗੇ ਕਿ ਕੀ ਚੀਜ਼ ਆ। ਇਹ ਚੀਜ਼ ਦਿਖਾਉਣੀ ਲਾਜ਼ਮੀ ਆ ਕਿਉਂਕਿ ਜਿੱਦਾਂ ਅਸੀਂ ਦੱਸਿਆ ਕਿ ਹੁਣ ਦੇ ਸਮੇਂ ਦੇ ਵਿੱਚ ਇੱਕ ਟਰੈਂਡ ਚੱਲ ਗਿਆ ਆ, ਤਾਂ ਜੋ ਇਹਨਾਂ ਨੇ ਤਾਂ ਆਪਣਾ ਪੁੱਤ ਗਵਾਇਆ, ਪਰ ਹੋਰ ਜਿਹੜੇ ਵੀ ਇਸ ਚੀਜ਼ ਦੇ ਵਿੱਚ ਆ ਰਹੇ ਆ, ਇੱਦਾਂ ਦੇ ਜਿਹੜੇ ਰਿਸ਼ਤੇ ਨਾਤੇ ਜੋੜ ਰਹੇ ਆ, ਉਹ ਜ਼ਰੂਰ ਅੱਗੇ ਤੋਂ ਸੋਚ ਵਿਚਾਰ ਕਰਨ ਅਤੇ ਜ਼ਰੂਰ ਹੋਰ ਕਿਸੇ ਤੋਂ ਪੁੱਛ ਗਿੱਛ ਜ਼ਰੂਰ ਕਰ ਲਿਆ ਕਰਨ ਕਿ ਕੀ ਚੀਜ਼ ਆ, ਪਿਛੋਕੜ ਕੀ ਆ। ਸੋ ਬਾਈ ਜੀ ਹੋਰੇ ਸਾਡੇ ਨਾਲ ਹੋਣਗੇ, ਭੈਣ ਸਾਡੇ ਨਾਲ ਹੋਣਗੇ, ਬਾਪੂ ਜੀ ਹੋਰੇ ਸਾਡੇ ਨਾਲ ਹੋਣਗੇ, ਬਾਈ ਜੀ ਹੋਰੇ ਆ, ਇਹਨਾਂ ਦੇ ਨਾਲ ਪੂਰੀ ਗੱਲਬਾਤ ਰਹੇਗੀ ਕੀ ਸੀ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ, ਇਹ ਜਿਹੜਾ ਘਟਨਾਕ੍ਰਮ ਆ ਕਦੋਂ ਤੋਂ ਸ਼ੁਰੂਆਤ ਹੁੰਦੀ ਹੈ ਇਸ ਚੀਜ਼ ਦੀ? ਕਦੋਂ ਤੋਂ ਤੁਹਾਨੂੰ ਭਿਣਕ ਥੋੜ੍ਹਾ ਬਹੁਤਾ ਪਤਾ ਲੱਗਣ ਲੱਗ ਗਿਆ ਹੋਣਾ ਕਿ ਕਦੋਂ ਤੋਂ ਕੀ ਚੀਜ਼ ਹੋਈ ਹੈ? ਇੰਨੇ ਵੀਰ ਸਾਨੂੰ ਜੇ ਪਤਾ ਲੱਗ ਜਾਂਦਾ ਸੀ ਇੱਥੇ ਤੇ ਕੌਣ ਨਹੀਂ ਸੀ ਦਿੰਦੇ ਕੇਸ ਨੂੰ।
ਇਹ ਸਾਨੂੰ ਉਹਦੇ ਚੈਟਾਂ ਤੋਂ ਬਾਅਦ ਚ ਪਤਾ ਲੱਗਿਆ। ਉਹ ਉੱਦਾਂ ਸਾਨੂੰ ਲੱਗ ਰਿਹਾ ਸੀ ਵੀ ਇਹ ਕੁੜੀ ਸ਼ਾਇਦ ਸਾਨੂੰ ਮਿੱਕਰ, ਪਰ ਸਾਡਾ ਰਿਸ਼ਤੇਦਾਰੀ ਦਾ ਮਾਮਲਾ ਕਰਕੇ ਉਧਰ ਸਾਡੇ ਜੀਜਾ ਜੀ ਸੀਗੇ, ਉਹਨਾਂ ਦੇ ਮਾਮੇ ਦੀ ਪੋਤੀ ਸੀ। ਅੱਛਾ ਕਿ ਨਹੀਂ ਯਾਰ ਵੀ ਘਰ ਦੀ ਗੱਲ ਹੈ ਵੀ ਐਂ ਕਿੱਦਾਂ ਹੋਊਗਾ, ਅਸੀਂ ਪੈਸੇ ਵੀ ਤਾਈਓ ਲਾਤੇ ਸੀਗੇ। ਸਾਨੂੰ ਅਸੀਂ ਚੱਲ ਵੀ ਉਹ ਸਮਝਾ ਦੇਣਗੇ ਕੁੜੀ ਨੂੰ ਜੇ ਨਹੀਂ ਵੀ ਉਹ ਕਰਦੀ ਹੋ। ਉਹ ਤਾਂ ਜਦੋਂ ਫੋਨ ਖੋਲ੍ਹਿਆ ਫਿਰ ਪਤਾ ਲੱਗਿਆ ਵੀ ਫੋਨ ਤਾਂ ਉਹ ਕਰਦੀ ਨਹੀਂ ਸੀ, ਇਗਨੋਰ ਹੀ ਕਰਦੀ ਸੀ, ਬਸ ਉਹਨੂੰ ਸਿਰਫ ਇਗਨੋਰ ਕਰਦੀ ਸੀ ਉਹ। ਅੱਛਾ 2019 ਦੇ ਵਿੱਚ ਮੈਰਿਜ ਕਦੋਂ ਹੁੰਦੀ ਆ? 2019 ਦੇ ਵਿੱਚ ਹੁੰਦੀ ਆ? ਹਾਂ, ਇਹਦੀ 2019 ਦੇ ਵਿੱਚ ਮੈਰਿਜ ਹੁੰਦੀ ਹੈ ਜੀ, ਅਗਸਤ 'ਚ ਨਾ 7 ਅਗਸਤ। ਹਾਂ ਜੀ, ਤੇ ਉਦੋਂ ਪਹਿਲਾਂ 1 ਸਾਲ ਹੀ ਸਹੀ ਦੀ ਪਹਿਲਾਂ ਅੰਗੇਜਮੈਂਟ ਹੋਈ ਹੈ। 1 ਸਾਲ ਬਾਅਦ ਅੰਗੇਜਮੈਂਟ ਕਰਾ ਕੇ ਇਹ ਕੈਨੇਡਾ ਚਲੀ ਗਈ। ਉਦੋਂ ਇਹ ਨਾਬਾਲਗ ਸੀ, ਉਦੋਂ ਇਹ ਬਾਲਗ ਹੋ ਗਈ, ਇਹ ਇੰਡੀਆ ਆਈ ਤੇ ਇਹ ਸਾਲ ਬਾਅਦ ਯਾਨੀ ਕਿ ਪੌਣੇ 2 ਸਾਲ ਇਹਦੇ ਵਿਆਹ ਨੂੰ ਹੋਇਆ ਹੁਣ। ਭਾਵ ਜਦੋਂ ਕੁੜੀ ਐਲਸ ਕਰਦੀ ਆ ਤਾਂ ਉਸ ਤੋਂ ਬਾਅਦ ਲਾਡੀ ਦੇ ਨਾਲ ਅੰਗੇਜਮੈਂਟ ਹੋ ਜਾਂਦੀ ਆ। ਅੰਗੇਜਮੈਂਟ ਕਰਾਉਣ ਤੋਂ ਬਾਅਦ ਜਿਹੜੀ ਬਾਹਰ ਚਲੀ ਜਾਂਦੀ, ਇਦਾਂ ਦੀ ਕੋਈ ਗੱਲਬਾਤ ਹੋਈ ਸੀ? ਜਿਵੇਂ ਕਈ ਵਾਰੀ ਆਖਦੇ ਨੇ ਕਿ ਭਾਈ ਕੱਚਾ ਵਿਆਹ ਕਰਕੇ ਸਾਡੇ ਮੁੰਡੇ ਨੂੰ ਵੀ ਬਾਹਰ ਲੈ ਜਾਵਾਂਗੇ, ਇਦਾਂ ਦਾ ਕੋਈ ਪਹਿਲਾਂ ਗੱਲਬਾਤ ਹੋਈ ਸੀ ਜਾਂ ਪੱਕਾ ਹੀ ਵਿਆਹ ਹੋਇਆ ਸੀ? ਨਹੀਂ, ਇਹ ਪੱਕਾ ਵਿਆਹ ਵੀਰੇ, ਪੱਕਾ ਵਿਆਹ ਹੈਗਾ। ਗੁਰਦੁਆਰਾ ਸਾਹਿਬ ਦੇ ਆਨੰਦ ਕਾਰਜ ਹੈ, ਜਿੱਥੇ ਅਸੀਂ ਪਹਿਲਾਂ ਅਸੀਂ ਰਿਸੈਪਸ਼ਨ ਕੀਤੀ ਹੈ, ਅੰਗੇਜਮੈਂਟ ਕੀਤੀ ਉਹਦੀ, ਫਿਰ ਉਹਦੀ ਮੈਰਿਜ ਕੀਤੀ ਹੈ। ਸਾਰੇ ਹੋਟਲਾਂ ਦੇ ਬਿੱਲ ਸਾਡੇ ਕੋਲ ਸਾਰਾ ਕੁਝ ਪਿਆ, ਕੋਰਟ ਮੈਰਿਜ ਦੇ ਸਰਟੀਫਿਕੇਟ ਸਾਡੇ ਕੋਲ ਸਾਰਾ ਕੁਝ ਹੈ, 1 ਨੰਬਰ 'ਚ ਹੈ। ਜੇ ਅਸੀਂ ਕੰਟੈਕਟ ਮੈਰਿਜ ਕਰਨੀ ਹੁੰਦੀ, ਸਾਡੀ ਇਹਦੀ ਕੁੜੀ ਦੀ ਆਇਆ ਪਿਆ ਸੀ, ਅਸੀਂ ਇਹਦੀ ਪੈਸੇ ਭਰ ਦਿੰਦੇ, ਫਿਰ ਸਾਨੂੰ ਕੀ ਲੋੜ ਸੀ? ਸਾਨੂੰ ਸੋਚਤੀ ਵੀ ਚੱਲ ਇਹ ਵੀ ਕਮਾਊਗਾ, ਸਾਡਾ ਮੁੰਡਾ ਵੀ ਕਮਾਊਗਾ, 2 ਜਣੇ ਕਮਾਉਣਗੇ, ਹੈ ਨਾ। ਅਸੀਂ ਉਹਦੇ ਪੈਸੇ ਭਰਤੇ। ਲਾਡੀ ਨੇ ਮਤਲਬ ਇਹ ਚੀਜ਼ਾਂ ਬਾਈ ਕਦੇ ਦੱਸੀਆਂ ਨਹੀਂ? ਕਦੇ ਸੋਨੂੰ ਕੋਈ ਸੰਕੇਤ ਮਿਲੇ ਹੁਣ ਥੋੜ੍ਹੇ ਬਹੁਤੇ, ਜਦੋਂ ਕਿਉਂਕਿ 1 ਸਾਲ ਦਾ ਵਕਫਾ ਹੁੰਦਾ, ਲੰਮਾ ਵਕਫਾ, ਉਸ ਤੋਂ ਬਾਅਦ ਜਿੱਦਾਂ ਉਹ ਕੁੜੀ ਬਾਹਰ ਇੱਥੇ ਇੱਧਰਲੇ ਆਉਂਦੀ ਆ ਹੈ ਨਾ, ਜਿੱਦਾਂ ਤੁਸੀਂ ਦੱਸਿਆ ਸੀ ਕਿ 10 ਦਿਨਾਂ ਦੇ ਲਈ ਹੀ ਆਉਂਦੀ ਆ, ਵਿਆਹ ਤੋਂ ਬਾਅਦ 10 ਦਿਨਾਂ ਬਾਅਦ ਫਿਰ ਚਲੀ ਜਾਂਦੀ ਆ, ਕੋਈ ਤੁਹਾਨੂੰ ਥੋੜ੍ਹੇ ਬਹੁਤੇ ਸੰਕੇਤ ਮਿਲੇ ਹੁਣ? ਜਾਂ ਲਾਡੀ ਨੇ ਕਦੇ ਗੱਲਬਾਤ ਤੁਹਾਡੇ ਨਾਲ ਕੀਤੀ ਹੋਵੇ, ਬਾਈ ਹੋਰਾਂ ਨਾਲ, ਭੈਣ ਨਾਲ ਜਾਂ ਬਾਪੂ ਜੀ ਨਾਲ ਕਦੇ ਗੱਲਬਾਤ ਕੀਤੀ ਹੋਵੇ? ਨਹੀਂ ਵੀਰੇ, ਅਸਲ 'ਚ ਚੱਕਰ ਪਤਾ ਗਈ ਸੀ, ਜਦੋਂ ਵੀ ਉਹ ਪਰ ਕਹਿੰਦਾ ਸੀ, ਅਸੀਂ ਉਹਨੂੰ ਕਹਿੰਦੇ ਸੀ ਲਾਡੀ ਯਾਰ ਵੀ ਤੇਰੀ ਵਾਈਫ ਨਾਲ ਗੱਲ ਹੁੰਦੀ ਹੈ ਤੇਰੀ, ਵੀ ਤੈਨੂੰ ਪੈਸਾ ਵੀ ਨਹੀਂ ਕੋਈ ਭੇਜ ਰਹੀ। ਮੈਂ ਉਹਨੂੰ ਹੱਸਦਾ ਸੀਗਾ ਵੀ ਯਾਰ ਕਦੇ ਕਦੇ ਤੂੰ ਘੱਟੋ ਘੱਟ ਆਪਣਾ ਖਰਚਾ ਤਾਂ ਮੰਗਾ ਲਾ, ਵੀ 5-4 ਹਜ਼ਾਰ ਮਹੀਨੇ ਦਾ ਤੈਨੂੰ ਤਾਂ ਭੇਜੇ। ਉਹਨੇ ਕੁਛ ਨਹੀਂ, ਸਾਨੂੰ ਇਹਨੂੰ ਕੁਛ ਨਹੀਂ ਭੇਜਿਆ। ਚੱਕਰ ਜਿਹੜੀ ਗੇਮ ਰਹਿ ਗਈ ਉਹ ਲੱਗੀ ਲੋਕਡਾਊਨ 'ਚ। ਅੱਛਾ ਜੀ। ਉਹ ਜਦੋਂ ਵੀ ਲਾਡੀ ਫੋਨ ਕਰਦਾ ਉਹ ਕਹਿੰਦੀ ਵੀ ਲੋਕਡਾਊਨ ਲੱਗਿਆ ਹੋਇਆ, ਮੈਨੂੰ ਵਕੀਲ ਨਹੀਂ ਮਿਲਦਾ, ਮੈਂ ਜਾਊਂਗੀ, ਮੈਂ ਉੱਥੇ ਜਾਊਂਗੀ, ਇੱਥੇ ਆਹ ਪ੍ਰੋਬਲਮ ਹੈ, ਉੱਧਰ ਗਏ ਨੇ, ਵੀ ਮੇਰਾ ਚਲਾਨ ਨਾ ਹੋ ਜਾਏ ਗੱਡੀ ਦਾ, ਬਹੁਤ ਕੁਛ। ਬਸ ਇਹਨੂੰ ਲਾਰੇ ਲਾਈ ਜਾਂਦੀ ਸੀ, ਜਦ ਕਿ ਇਹ ਸਿਰਫ ਸਾਰੀਆਂ ਗੱਲਾਂ ਉਹ WhatsApp 'ਤੇ ਕਰਦੀ ਸੀ, ਉੱਦਾਂ ਕਾਲ ਨਹੀਂ ਸੀ ਕਰਦੀ ਉਹ, ਕਿਉਂਕਿ ਲਾਡੀ ਦੇ ਫੋਨ 'ਚੋਂ ਕੋਈ ਸਾਨੂੰ ਹਜੇ ਤੱਕ ਇੰਨੇ ਲੱਭਿਆ ਤਾਂ ਕੋਸ਼ਿਸ਼ ਵੀ ਕਰ ਰਿਹਾ, ਰਿਕਾਰਡਿੰਗ ਨਹੀਂ ਲੱਭੀ, ਉਹ ਚੈਟ ਹੀ ਲੱਭੀ ਆ ਵੀ ਜਿੰਨੀ ਉਹ ਗੱਲ ਕਰਦੀ ਸੀ WhatsApp 'ਤੇ ਕਰਦੀ, ਇਹਨਾਂ ਨੂੰ ਵੀ WhatsApp 'ਤੇ ਕਰਦੀ ਸੀ। ਕੋਈ ਮੰਮੀ ਵਾਲੇ ਫੋਨ 'ਤੇ ਨਹੀਂ ਸੀ ਕਰਦੀ, ਉਹ ਬਾਈ ਵਾਲੇ ਫੋਨ 'ਤੇ ਕਰਦੀ ਸੀ, ਵੀ ਮਤਲਬ ਕਿ WhatsApp 'ਤੇ ਵੀ ਕੋਈ ਸਬੂਤ ਨਾ ਰਹੇ ਜੀ, ਕੋਈ ਸਬੂਤ ਨਹੀਂ। ਹਾਂ। ਤੇ ਘਰ ਦੇ ਵਿੱਚ ਗੱਲਬਾਤ, ਇਸ ਘਰ ਦੇ ਵਿੱਚ ਗੱਲਬਾਤ ਹੁੰਦੀ ਸੀ ਜਦੋਂ ਤੁਸੀਂ ਲਾਡੀ ਨਾਲ ਦੱਸਿਆ, ਤਾਂ ਉਸ ਤੋਂ ਬਿਨਾਂ ਹੋਰ ਭੈਣ ਦੇ ਨਾਲ ਜਾਂ ਬਾਪੂ ਜੀ ਦੇ ਨਾਲ ਜਾਂ ਮਾਤਾ ਜੀ ਦੇ ਨਾਲ ਗੱਲਬਾਤ ਹੁੰਦੀ ਸੀ ਉਸ ਕੁੜੀ ਦੀ? ਵੀਰੇ ਜਦੋਂ ਲਾਡੀ ਨੂੰ ਕਹਿ ਦਿੰਦੇ ਸੀ, ਜਾਂ ਜਿੱਦਾਂ ਮੈਂ ਕਹਤਾ ਯਾਰ ਵੀ ਤੇਰੀ ਮੰਮੀ ਹੋਰੀ ਨਾਲ ਤਾਂ ਘਰੇ ਗੱਲ ਕਰਾ ਦਿਆ ਕਰ, ਜਾਂ ਗੁੜੀਆ ਕਹਿ ਦਿੰਦੀ ਸੀ ਵੀ ਸਾਡੇ ਨਾਲ ਤਾਂ ਗੱਲ ਕਰਾ ਦੇ ਉਹਦੀ, ਉਹ ਕਹਿ ਦਿੰਦਾ ਸੀ। ਫਿਰ ਚੈਟਾਂ ਉਮੀ ਪਈਆਂ ਨੇ ਵੀ ਤੂੰ ਘਰੇ ਮੰਮੀ ਨਾਲ ਗੱਲ ਕਰ ਲੈ, ਰਾਜਵਿੰਦਰ ਨਾਲ ਗੱਲ ਕਰ ਲੈ। ਹਾਂ ਮੈਂ ਕਰੂੰਗੀ, ਮੈਂ ਥੱਕੀ ਹੋਈ ਹਾਂ, ਮੈਂ ਹੁਣ ਪੈਂਦੀ ਆ ਕਿ ਮੈਂ ਕੰਮ 'ਤੇ ਜਾਣਾਗਾ, ਮੇਰਾ ਸਿਰ ਦੁਖਦਾ ਹੈਗਾ, ਬਸ ਆਹ ਕੁਛ ਕਰੀ ਜਾਂਦੀ ਸੀ। ਮੈਂ ਫੇਰ ਕਰੂੰਗੀ, ਕਰਦੀਆਂ, ਤੂੰ ਮੈਨੂੰ ਤੰਗ ਕਰ ਦਾਂਗਾ, ਮੈਂ 11 ਘੰਟੇ ਕੰਮ ਕਰਦੀ ਹਾਂ, ਹਾਂ ਮੈਂ ਵਿਹਲੀ ਨਹੀਂ, ਜਿਵੇਂ ਮਰਜ਼ੀ, ਬਸ ਆਹ ਕੁਛ ਕਰਦੀ ਸੀ। ਹਾਂ। ਅੱਛਾ, ਉਸ ਦਿਨ ਦਾ ਘਟਨਾਕ੍ਰਮ ਪੂਰਾ ਦੱਸਿਓ, ਕਿੱਦਾਂ ਦਾ ਹੁੰਦਾ ਜਿਸ ਦਿਨ ਲਾਡੀ ਜਿਹੜੀ ਆ ਇਹ ਚੀਜ਼ ਕਰਦਾ ਹੈ ਨਾ, ਆਪਣੇ ਆਪ ਨੂੰ ਖਤਮ ਕਰਦਾ? ਕੀ ਘਟਨਾਕ੍ਰਮ? ਮੈਂ ਵੀ ਆ ਦੇਖੋ ਵੀਰੇ, ਮੈਂ ਵੀ ਅੱਜ ਹੀ ਨੋਟ ਕਰੀ ਆ ਗੱਲ। ਉਹਨਾਂ ਮਤਲਬ ਕਿ ਇਹ 24 ਦੇ ਸੀ ਲੱਖ ਆਪਣਾ 23 ਸ਼ਾਮ ਨਹੀਂ, ਆਪਾਂ ਨੂੰ ਪਤਾ ਸਵੇਰੇ 24 ਨੂੰ ਲੱਗਿਆ ਸੀ ਨਾ, 24 ਨੂੰ 23 ਮਤਲਬ ਕਿ 23 ਦੀ ਸਵੇਰ 2 ਵਜੇ 2:02 ਦੀ ਫਸਟ ਕਾਲ ਕੀਤੀ ਹੋਈ ਆ ਉਹਨੂੰ, ਫਿਰ 2 ਤੋਂ ਹੀ ਫੇਰ ਕਰੀ ਹੋਈ ਹੈ, ਜਾਣੀ ਕਿ 4:30 ਵਜੇ ਤੱਕ ਉਹਨੂੰ ਕਾਲਾਂ ਕਰੀ ਗਿਆ, ਘੱਟੋ ਘੱਟ 8-10 ਫੋਨ ਕਰਿਆ ਉਹਨੇ ਸ਼ਾਮ ਦੇ 4:30? ਹਾਂ, ਰਾਤ ਨੂੰ 2 ਵਜੇ ਉੱਠ ਕੇ 23 ਦੀ ਮਾਰਨਿੰਗ। ਅੱਛਾ ਜੀ। 23 ਦੀ ਸ਼ਾਮ ਤੱਕ ਉਹਨੂੰ ਕਾਲਾਂ ਕਰੀ ਗਿਆ। ਉਹਨੇ ਕਦੇ ਵਿੱਚ ਅਨਰਿਸੀਵ ਹੋ ਗਿਆ, ਯਾਨੀ ਕਿ ਕੋਈ ਰਿਜੈਕਟ ਕਰਤੀਆਂ, ਸਾਰੀਆਂ ਕਾਲਾਂ ਦੀਆਂ ਐਂ ਪਈਆਂ ਨੇ, ਉਹਨੇ ਕੋਈ ਉਹਦਾ ਫੋਨ ਨਹੀਂ ਪਿਕ ਕਰਿਆ। ਫਿਰ ਉਹਨੇ ਸਾਡੀ ਜੀਜਾ ਜੀ ਨੂੰ ਫੋਨ ਕੀਤਾ, ਉਹਦੇ ਫੱਫੜ ਜੀ ਨੂੰ, ਉਹਦੇ ਦੋਨੇ ਮੁੰਡਿਆਂ ਨੂੰ ਫੋਨ ਕੀਤਾ, ਉਹਨਾਂ ਨੇ ਵੀ ਉਹਨੂੰ ਉੱਥੇ ਫੋਨ ਕੀਤਾ, ਉਹਨੇ ਕਿਸੇ ਦਾ ਫੋਨ ਨਹੀਂ ਪਿਕ ਕੀਤਾ। ਨਹੀਂ, ਅਸੀਂ ਇੰਡੀਆ ਤੋਂ ਫੋਨ ਕਰਦੇ ਹਾਂ ਭਾਈ, 70 ਰੁਪਏ ਮਿੰਟ ਦੇ ਲੱਗਦੇ ਆ ਨਾ, ਅਸੀਂ ਦੇਖਦੇ ਹਾਂ ਯਾਰ ਵੀ ਉਹਨੇ WhatsApp ਕਾਲ ਨਹੀਂ ਕੀਤੀ, ਉਹਨੇ ਕਾਲ ਕੀਤੀ ਆ ਵੀ ਉਹਨੂੰ ਕੋਈ ਐਮਰਜੈਂਸੀ ਹੋਣੀ ਹੈ, ਵੀ ਜਾਂ ਫੋਨ ਚੱਕ ਹੀ ਲੈ, ਰਿਪਲਾਈ ਤਾਂ ਕੀ ਕਰਨਾ, ਉਹਨੇ ਨਾ ਰਿਪਲਾਈ ਕੀਤਾ ਤੇ ਨਾ ਫੋਨ ਚੱਕਿਆ, ਰਿਜੈਕਟ ਵੀ ਕੀਤੀਆਂ ਨੇ ਵਿੱਚ 2-3 ਕਾਲਾਂ ਉਹਦੀਆਂ। ਇਹ ਚੀਜ਼ ਹੋਈ ਆ। ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਕਦੋਂ ਲੱਗਦਾ ਲਾਡੀ ਦਾ? ਮਾਰਨਿੰਗ ਟਾਈਮ ਵੀਰ, ਮਾਰਨਿੰਗ ਟਾਈਮ 5 ਵਜੇ ਸਾਨੂੰ ਉੱਥੋਂ ਲਾਈਟ ਆਉਂਦੀ ਹੈ ਸਾਡੀ ਉੱਧਰਲੀ ਮੋਟਰ ਲਈ, ਉਸ ਦਿਨ ਦੀ ਬਾਰੀ ਸੀ। ਸਾਨੂੰ ਉੱਥੇ ਮੁੰਡੇ ਦਾ ਫੋਨ ਆਇਆ, ਮੈਨੂੰ ਕਹਿੰਦਾ ਵੀ ਐਂ ਕਰਕੇ ਯਾਰ ਵੀ ਲਾਡੀ ਉਰੇ ਨੀਲਾ ਹੋਇਆ ਪਿਆ ਤੁਹਾਡਾ। ਮੈਂ ਯਾਰ ਇਹ ਤੇ ਇੱਥੇ ਕਿੱਥੇ ਵਗ ਗਿਆ, ਵੀ ਨਾ ਤਾਂ ਸਾਡੀ ਸੂਏ ਦੀ ਵਾਰੀ ਆ, ਨਾ ਸਾਡੀ ਉੱਥੇ ਮੋਟਰ ਦੀ ਵਾਰੀ ਸੀ। ਚਲੋ ਐਕਟ ਮੈਂ ਉੱਠ ਕੇ ਕੱਪੜੇ ਪਾਉਣ ਲੱਗਿਆ, ਇੰਨੇ ਬਾਈ ਨੇ ਹੱਥ ਮਾਰਤਾ ਮੋਰੀ 'ਚ, ਕਹਿੰਦਾ ਹਿੰਦੀ ਮੇਰੇ ਹਾਕ ਮਹਾ ਬਾਈ ਬਸ ਭੱਜ ਲੈ, ਮੈਂ ਗੱਡੀ ਕੋਲ ਨੂੰ ਆ ਜਾ, ਮੈਨੂੰ ਪਤਾ। ਬਸ ਉੱਥੇ ਜਾ ਕੇ ਜੋ ਦੇਖਿਆ ਮੈਂ ਉਹ ਆਕੜਿਆ ਪਿਆ ਸੀ ਵੀ, ਬਲਕਿ ਸਾਨੂੰ ਹਜੇ ਉਹਦਾ ਕੋਈ ਕਾਰਨ ਨਹੀਂ ਪਤਾ ਲੱਗਿਆ ਮੌਤ ਦਾ, ਕਿਉਂਕਿ ਜੇ ਸਾਨੂੰ ਮੌਤ ਦਾ ਕਾਰਨ ਪਤਾ ਲੱਗ ਜਾਂਦਾ ਜਾਂ ਸਾਨੂੰ ਇਹ ਪਤਾ ਲੱਗ ਜਾਂਦਾ ਵੀ ਲਾਡੀ ਨੇ ਸੁਸਾਈਡ ਕੀਤਾ ਹੈਗਾ ਉਸ ਟਾਈਮ, ਫਿਰ ਅਸੀਂ ਉਹਨੂੰ ਦਾਹ ਨਹੀਂ ਸੀ ਕਰਦੇ, ਫਿਰ ਅਸੀਂ FIR ਕਰਾ ਕੇ ਹੀ ਦਾਹ ਕਰਦੇ। ਫਿਰ ਅਸੀਂ ਹੁਣ 74 ਦੀ ਕਾਰਵਾਈ ਪਵਾ ਬੈਠੇ ਵੀ ਹੁਣ ਦੁਬਾਰੇ ਫਿਰ FIR ਹੋਊਗੀ।
ਅੱਛਾ ਰਾਤ ਨੂੰ ਬਾਈ ਜਦੋਂ ਕਿਹੜੇ ਵੇਲੇ ਲਾਡੀ ਜਾਂਦਾ ਹੈ ਘਰੋਂ, ਕਦੋਂ ਨਿਕਲਦਾ, ਇਸ ਚੀਜ਼ ਦਾ ਕੁਝ ਪਤਾ ਆ? ਹਾਂ ਵੀਰੇ ਬਲਿੰਦਰ 9 ਵਜੇ ਗਏ ਤੇ 9 ਵਜੇ ਇਹਦੇ ਨਾਲ ਇਕੱਠੇ ਰੋਟੀ ਖਾਧੀ ਆ ਵੇ ਕੇ 4:30 ਵਜੇ ਉੱਥੋਂ ਮੈਂ ਮੱਕੀ ਰਮਾਉਂਦਾ ਸੀ, ਉਹਦੇ ਕੋਲੋਂ ਆਇਆ ਮੈਂ ਹੱਸਦਾ ਮੈਂ ਗੱਲਾਂ ਜਿਹੀਆਂ ਕਰਦਾ, ਮੈਂ ਕਿਹਾ ਲਾਡੀ ਮੇਰੇ ਨਾਲ ਉੱਧਰ ਕੱਪੜਾ ਬਣਾ ਦੇ ਮੈਸਾਂ ਦਾ। ਕਹਿੰਦਾ ਯਾਰ ਕੱਲ੍ਹ ਨੂੰ ਬੰਨਾਂਗੇ, ਕਹਿੰਦਾ ਅੱਜ ਤਾਂ ਮੈਨੂੰ ਟਾਈਮ ਨਹੀਂ ਹੈਗਾ। ਮੈਂ ਚੱਲ ਲਾਡੀ ਕੱਲ੍ਹ ਨੂੰ ਬਣਾ ਦੀ, ਬਸ ਐਂ ਕਹਿ ਕੇ ਯਾਨੀ ਕਿ 4:30 ਵਜੇ ਤੋਂ ਬਾਅਦ ਉਹ ਮੈਨੂੰ ਮਿਲਿਆ ਨਹੀਂ ਵਿਚਾਰਾ। ਬਸ ਉਹਦੇ ਡੈਡੀ ਕੋਲੇ ਬੈਠਾ ਗਾ, 9 ਵਜੇ ਵਗ ਗਿਆ, ਇਹ ਫੋਨ ਲਾਈ ਗਿਆ ਉਹਨੂੰ, ਮੈਨੂੰ ਲੱਗਦਾ ਇਹਨੇ ਲਾਏ ਹੋਣਗੇ 15-20 ਫੋਨ, ਉਹਨੇ ਫੋਨ ਨਾ ਚੱਕਿਆ। ਉਹ ਪਹਿਲਾਂ ਵੀ ਇਹੀ ਕਰ ਜਾਂਦਾ ਸੀ ਕਿ ਵੀਰੇ ਇੱਥੇ ਜਿਵੇਂ ਸਾਡੇ ਗਵਾਂਢੀਆਂ ਦੇ ਘਰੇ ਬੈਠਾ ਹੈ ਵੀ ਡੈਡੀ ਕਹੂਗਾ ਵੀ ਘਰੇ ਆ ਜਾ, ਗੱਲਾਂ ਗੁੱਲਾਂ ਮਾਰੀ ਜਾਂਦੇ ਤੇ ਇਹਨੇ ਆਖਿਆ ਚੱਲ ਇੱਥੇ ਇਹਨਾਂ ਮੁੰਡਿਆਂ ਕੋਲੇ ਬੈਠਾ ਹੋਊਗਾ। ਥੱਕੇ ਹੋਏ ਵੀਰੇ ਸੀਜ਼ਨ ਦਾ ਕੰਮ ਹੈ ਨਾ, ਸਾਰਾ ਦਿਨ ਘੱਟੋ ਘੱਟ 30-40 ਕਿੱਲਿਆਂ ਦੀ ਖੇਤੀ ਕਰ ਰਹੇ ਹਾਂ, ਵੀ ਇਹ ਥੱਕ ਗਿਆ, ਅੱਖ ਲੱਗ ਗਈ, ਵੀ ਉਹ ਸਵੇਰੇ ਅੱਖ ਖੁੱਲੀ ਫੇਰ ਹੀ ਪਤਾ ਲੱਗਿਆ ਸਾਨੂੰ ਤਾਂ। ਬਾਪੂ ਜੀ ਦੇ ਨਾਲ ਗੱਲਬਾਤ ਕਰਦੇ ਆ। ਫਾਦਰ ਸਾਹਿਬ ਨੇ ਤੁਹਾਡੇ ਨਾਲ 9 ਵਜੇ ਦੀ ਸ਼ਾਮ ਦੀ ਉਸ ਦਿਨ ਦੀ ਗੱਲ ਆ, ਤੁਹਾਡੇ ਨਾਲ ਰੋਟੀ ਖਾਧੀ ਆ? ਮੇਰੇ ਤੋਂ ਪਹਿਲਾਂ ਹਾਂ ਮੈਂ ਆਇਆ ਸੀ ਕੱਦੂ ਕਰਕੇ ਜੀ, ਰੋਟੀ ਖਾਈ ਜਾਂਦੀ ਮੇਰੇ ਨਾਲ ਆਉਂਦੇ ਨੂੰ। ਮੈਂ ਰੋਟੀ ਖਾ ਕੇ ਬਾਹਰ ਨਿਕਲ ਗਿਆ, ਉਦੋਂ ਬਾਅਦ ਮੈਂ ਰੋਟੀ ਖਾ ਕੇ ਉਹਨੂੰ ਫੋਨ ਲਾਈ ਗਿਆ ਪਹਿਲਾਂ ਬਹੁਤ, ਮੈਂ ਪੌਣੇ 12 ਵਜੇ ਤੱਕ ਫੋਨ ਲਾਇਆ ਇਹਨੂੰ, ਮੇਰਾ ਫੋਨ ਚੱਕਿਆ ਨਹੀਂ। ਰੋਟੀ ਖਾ ਕੇ ਬਾਹਰ ਚਲਾ ਜਾਂਦਾ, ਉਸ ਤੋਂ ਬਾਅਦ ਆਏ ਨਹੀਂ ਘਰੇ ਨਹੀਂ ਆਇਆ। ਅੱਛਾ ਉਦੋਂ ਜਦੋਂ ਤੁਹਾਡੇ ਨਾਲ ਪ੍ਰਸ਼ਾਦਾ ਛਕਦਾ ਸੀ ਜਾਂ ਤੁਹਾਡੇ ਨਾਲ ਉਸ ਦਿਨ ਦੇ ਵਿੱਚ ਤੁਹਾਡੇ ਨਾਲ ਵਿਚਰਿਆ ਹੋਣਾ, ਤੁਹਾਨੂੰ ਕੋਈ ਥੋੜ੍ਹਾ ਬਹੁਤਾ ਦੱਸਿਆ ਹੋਣਾ, ਸੰਕੇਤ ਕਦੇ ਦਿੱਤਾ ਹੋਣਾ, ਜਾਂ ਉਸ ਤੋਂ ਪਹਿਲਾਂ ਕਦੇ ਤੁਹਾਨੂੰ ਦੱਸਿਆ ਹੋਵੇ ਕੁਛ ਕਿ ਇੱਦਾਂ ਦਾ ਬਾਪੂ ਮੇਰੇ ਨਾਲ ਕੁਝ ਹੋ ਰਿਹਾ ਗਾ, ਜਾਂ ਤੁਹਾਨੂੰ ਲੱਗਿਆ ਹੋਵੇ ਕਿ ਯਾਰ ਆਪਣਾ ਲਾਡੀ ਜਿਹੜਾ ਚਿੰਤਾ ਦੇ ਵਿੱਚ ਆ? ਜਮੀ ਨਹੀਂ, ਇਹ ਤਾਂ ਗੱਲ ਹੀ ਜਮੀ ਨਹੀਂ। ਇਹਦਾ ਫੋਨਾਂ ਦਾ ਪਤਾ ਲੱਗਿਆ ਬਾਅਦ 'ਚ। ਉਹਦੀ ਮੰਮੀ ਫੋਨ ਆ ਗੁੱਡੀ ਦਾ ਫੋਨ ਆਇਆ ਸੀ, ਫੋਨ ਸੁਣੀ ਜਾਂਦੀ ਆ, ਉਹ ਰੋਟੀ ਖਾਈ ਜਾਂਦੀ ਬੈਠਾ। ਮੈਂ ਉਹ ਤੋਂ ਬਾਅਦ ਰੋਟੀ ਖਾਣ ਲੱਗ ਗਿਆ, ਉਹ ਰੋਟੀ ਖਾ ਕੇ ਨਿਕਲ ਗਿਆ, ਮੈਂ ਰੋਟੀ ਖਾਣ ਲੱਗ ਗਿਆ ਕਿ ਲੜਿਆ ਬੱਲੇ ਜਮੀ ਕੁਛ ਨਹੀਂ, ਬਸ ਐਂ ਤੁਰ ਗਿਆ ਬਾਹਰ। ਕੀ ਸੁਪਨਾ ਸੀ ਬਾਹਰ ਜਾਣ ਦੇ ਪ੍ਰਤੀ ਲਾਡੀ ਦਾ, ਕੀ ਕਹਿੰਦਾ ਹੁੰਦਾ ਸੀ? ਅਸੀਂ ਤਾਂ ਹੀ ਕਰਦੇ ਵੀ ਬਾਹਰ ਵਗ ਜੂਗਾ, ਵੀ ਗੱਲ ਖੇਤੀ ਤਾਂ ਮੈਂ ਹੁਣ ਕਰ ਹੀ ਜਾਂਦਾ, ਵਿਚਾਰਾ ਬਾਹਰ ਨਿਕਲ ਜੂਗਾ, ਵੀ ਤੂੰ ਸਾਰਾ ਕੰਮ ਸੈੱਟ ਦੀ ਸਾਡੇ ਹੋਤੀ ਥੋੜ੍ਹਾ ਜਿਹਾ। ਅੱਛਾ ਇੱਕ ਚੀਜ਼ ਹੋਰ ਆ, ਜਿਵੇਂ ਹੁਣ ਆਪਣੇ ਜੱਟਾਂ ਪਰਿਵਾਰਾਂ ਦੇ ਵਿੱਚ ਜਦੋਂ ਬਾਹਰ ਜਾਣਾ ਹੁੰਦਾ ਤਾਂ ਅਸੀਂ ਪੈਲੀ ਪੂੜੀ ਗਹਿਣੇ ਧਰ ਦਿੰਦੇ, ਆਸੇ ਪਾਸਿਓਂ ਪੈਸੇ ਲੈਣਾ। ਜਿਹੜਾ ਤੁਸੀਂ ਹੁਣ ਪਹਿਲਾਂ ਤਾਂ ਇਹ ਦੱਸਿਓ ਖਰਚਾ ਜਿਹੜਾ ਉਸ ਕੁੜੀ ਦੇ ਉੱਪਰ ਕਿੰਨਾ ਖਰਚਾ ਕੀਤਾ ਟੋਟਲ? ਸਣੇ ਰੋਗ ਤੋਂ ਲਾ ਕੇ ਵਿਆਹ ਤੋਂ ਲਾ ਕੇ 25 ਲੱਖ ਰੁਪਏ ਖਰਚ ਹੋਇਆ ਸਾਡਾ। ਅੱਛਾ ਜੀ। ਹਾਂ 1 ਕਿੱਲਾ ਗਹਿਣੇ ਧਰਿਆ ਹੋਇਆ ਹੈ। ਅੱਛਾ ਜੀ। ਹਾਂ ਬਾਕੀ ਸਾਡੇ ਪ੍ਰਾਹੁਣੇ ਤੋਂ ਪੈਸੇ ਲੱਤੇ ਨੇ, ਮੇਰੇ ਸਹੁਰਿਆਂ ਤੋਂ ਪੈਸੇ ਲੱਤੇ ਨੇ, ਇੱਕ ਇੱਥੇ ਪਿੰਡ 'ਚੋਂ ਵੀ ਇੱਕ ਬੰਦੇ ਤੋਂ 2 ਲੱਖ ਫੜਿਆ ਹੋਇਆ ਹੈ। ਐਂ ਇਕੱਠੇ ਕਰਦੇ ਸੀ ਪੈਸੇ। ਹਾਂ ਲੜਕੀ ਪਰਿਵਾਰ ਦੇ ਨਾਲ ਗੱਲਬਾਤ ਉਸ ਤੋਂ ਬਾਅਦ ਹੋਈ ਆ? ਨਾ ਕੋਈ ਗੱਲਬਾਤ ਨਹੀਂ ਹੋਈ। ਅੱਛਾ ਆਏ ਜ਼ਰੂਰ ਨੇ, ਰਾਹ 'ਤੇ ਆ ਕੇ, ਫੁੱਲਾਂ 'ਤੇ ਆ ਕੇ, ਭੋਗ 'ਤੇ ਆ ਕੇ, ਗੱਲਬਾਤ ਕੋਈ ਨਹੀਂ ਹੋਈ। ਹਾਂਜੀ ਬਾਈ ਲੜਕੀ ਪਰਿਵਾਰ ਦੇ ਨਾਲ ਗੱਲਬਾਤ ਹੋਈ ਨਹੀਂ ਫਿਰ ਉਸ ਤੋਂ ਬਾਅਦ ਕੋਈ ਵੀ? ਨਹੀਂ ਦੇਖ ਵੀਰੇ, ਨਹੀਂ ਸਾਡੀ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ। ਆਏ ਨੇ ਵੀਰੇ, ਉਹੀ ਗੱਲ ਬਾਈ ਵਾਲੀ ਗੱਲ, ਭੋਗ ਤੇ ਵੀ ਆਏ ਨੇ, ਸਾਰੇ ਕਿਤੇ ਆਏ ਨੇ, ਆ ਕੇ ਬਾਗੇ ਬਸ। ਯਾਨੀ ਕਿ ਉਹਨਾਂ ਨੇ ਸਾਡੇ ਨਾਲ, ਜਿਵੇਂ ਮੈਂ ਲਾਡੀ ਦਾ ਉਹਨਾਂ ਨੂੰ, ਮੈਂ ਲਾਡੀ ਨਾਲ ਮੇਰਾ ਬਹੁਤ ਟੱਚ ਸੀ, ਵੀ ਮੈਨੂੰ ਬਿਠਾ ਕੇ ਕੋਈ ਗੱਲਬਾਤ ਕਰੀ ਹੋਵੇ ਵੀ ਬਹੁਤ ਮਾੜਾ ਕੰਮ ਹੋਇਆ ਹੈ ਨਾ, ਨਹੀਂ ਆਉਂਦੇ ਸੀ ਵੀਰੇ, ਆ ਕੇ ਬਸ ਬਹਿ ਕੇ ਮੁੜ ਜਾਂਦੇ ਸੀ। ਯਾਨੀ ਕਿ ਇਹਨਾਂ ਨੇ ਅਫਸੋਸ ਵਾਲੀ ਗੱਲ ਨਹੀਂ ਕਰੀ ਕੋਈ। ਜਿਸ ਦਿਨ ਮੈਂ ਹੁਣ ਹੱਥ 'ਚੋਂ ਮੇਰੇ ਮਾਈਂਡ 'ਚ ਆਈ ਆ ਗੱਲ, ਜਿਸ ਦਿਨ ਲਾਡੀ ਦੀ ਡੈਥ ਹੋਈ, ਅਸੀਂ ਇੱਥੇ ਉਹਨੂੰ ਨਮਾ ਰਹੇ ਸੀ ਆਹ ਜਗ੍ਹਾ 'ਤੇ, ਅਤੇ ਉਹਦੇ ਭਰਾ ਦੇ ਹੱਥ 'ਚ ਕੈਮਰਾ ਫੜਿਆ ਸੀ, ਉਹ ਸ਼ਾਇਦ ਬੇਅੰਤ ਨੂੰ ਦਿਖਾ ਰਿਹਾ ਸੀ, ਬੇਅੰਤ ਨੇ ਆਪਣਾ ਕੈਮਰਾ ਬੰਦ ਕੀਤਾ ਹੋਇਆ ਸੀ ਉੱਧਰੋਂ। ਅੱਛਾ ਜੀ। ਉਹ ਹੁਣ ਗੱਲਾਂ ਮਾਈਂਡ 'ਚ ਆਈਆਂ ਬਾਅਦ 'ਚ, ਯਾਨੀ ਕਿ ਬੇਅੰਤ ਦਿਖ ਨਹੀਂ ਸੀ ਰਹੀ ਸਾਨੂੰ ਕੈਮਰੇ 'ਚ, ਇਕੱਲਾ ਲਾਡੀ ਕੈਮਰੇ 'ਚ ਦਿਖ ਰਿਹਾ ਸੀ, ਜਿਹੜਾ ਉਹਨੂੰ ਫਰੇਮ ਜਾ ਰਿਹਾ ਸੀ। ਬੇਅੰਤ ਦਾ ਆਪਦਾ ਕੈਮਰਾ ਵਾਈਟ ਸੀ, ਬੰਦ ਕਰਿਆ ਹੋਇਆ ਸੀਗਾ। ਮੈਂ ਇਹ ਸੋਚੀ ਜਾਂਦਾ ਵੀ ਇਹ ਕੌਣ ਹੈ, ਬਾਅਦ 'ਚ ਮੈਨੂੰ ਮੈਂ ਤਾਂ ਦੇਖਿਆ ਵੀ ਨਹੀਂ ਸੀ ਜਵਾਕ ਜਾਓ, ਫਿਰ ਦੱਸਿਆ ਕਹਿੰਦੇ ਵੀ ਇਹ ਲਾਡੀ ਦਾ ਸਾਲਾ ਹੈਗਾ। ਮੈਂ ਯਾਰ ਇਹ ਤਾਂ ਉਦੋਂ ਵੀਡੀਓ ਬਣਾ ਰਿਹਾ ਸੀ, ਜਿਹੜਾ ਵੀਡੀਓ ਉਧਰ ਦੇਖ ਰਿਹਾ ਸੀ ਉਹਦੀ ਫੋਟੋ ਕਿਉਂ ਨਹੀਂ ਆ ਰਹੀ ਸੀ? ਉਹਨੇ ਉੱਥੇ ਉਹਦਾ ਕੈਮਰਾ ਬੰਦ ਕੀਤਾ ਹੋਇਆ ਸੀਗਾ, ਇੱਧਰੋਂ ਦੇਖ ਰਹੀ ਸੀ ਬਸ ਖਾਲੀ ਉਹ ਗੱਲਾਂ। ਉਸ ਕੁੜੀ ਦੇ ਨਾਲ ਗੱਲਬਾਤ ਹੋਈ ਆ ਭਾਈ ਲਾਡੀ ਦੇ ਜਾਣ ਤੋਂ ਬਾਅਦ? ਜਦੋਂ ਹਮਸਫਰ ਚਲਾ ਜਾਂਦਾ ਤਾਂ ਗੱਲਬਾਤ ਜ਼ਰੂਰ ਘਰਦਿਆਂ ਦੇ ਨਾਲ ਹੋਈ ਹੋਣੀ, ਭੈਣ ਦੇ ਕਿਸੇ ਦੇ ਨਾਲ ਗੱਲਬਾਤ ਹੋਈ ਆ? ਕੁਛ ਕਿਹਾ ਉਹਨੇ, ਕੁਝ ਦੱਸਿਆ? ਇਹ ਰਾਜਵਿੰਦਰ ਨਾਲ ਹੋਈ ਹੈ ਜੀ, ਇਹਨੂੰ ਪੁੱਛੋ। ਇਹਦੇ ਨਾਲ ਰਾਜਵੀਰ। ਭੈਣੇ ਕੀ ਗੱਲ ਹੋਈ ਆ ਤੁਹਾਡੀ, ਕਿੰਨੇ ਵਾਰ ਹੋਈ ਆ ਗੱਲ? ਇੱਕ ਵਾਰੀ ਹੋਈ ਆ ਸਰ, ਪਹਿਲਾਂ ਮੈਨੂੰ ਬਹੁਤ ਕਾਲ ਕੀਤੀਆਂ ਨੇ, ਮੈਸੇਜ ਕੀਤੇ ਨੇ ਵੀ ਐਵੇਂ ਤੂੰ ਕਿਉਂ ਕੀਤਾ। ਫਿਰ ਉਹਨੇ ਕਾਲ ਕੀਤੀ ਆ, ਅਤੇ ਕਾਲ ਦੇ ਵਿੱਚ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਥੋੜ੍ਹੀ ਚੈਟ ਪੜ੍ਹੀ ਆ ਅਸੀਂ ਨੇ, ਤੁਸੀਂ ਲੜਦੇ ਰਹਿੰਦੇ ਸੀ? ਕਹਿੰਦੀ ਨਹੀਂ, ਕਹਿੰਦੀ ਚੈਟ 'ਚ ਤਾਂ ਲੜਦੇ ਸੀ, ਅਸੀਂ ਕਾਲ 'ਤੇ ਨਹੀਂ ਸੀ ਕਦੇ ਲੜਦੇ। ਇਹੀ ਗੱਲ ਕਹੀ। ਹੋਰ ਕੀ ਆਖਿਆ ਉਸ ਦਿਨ ਲਾਸਟ ਵਾਰ? ਹੋਰ ਫਿਰ ਮੈਂ ਉਹਦਾ ਐਡਰੈਸ ਮੰਗਿਆ, ਮੈਂ ਕਿਹਾ ਤੇਰੇ ਕੋਲ ਇੱਥੇ ਕੋਈ ਨਹੀਂ ਹੈ ਵੀ, ਕੋਈ ਤਾਂ ਚਾਹੀਦਾ, ਇਕੱਲੀ ਹੈ। ਮੈਂ ਕਿਹਾ ਮੇਰੀ ਫਰੈਂਡ ਤੇਰੇ ਕੋਲ ਆ ਜਾਂਦੀ, ਆਪਣਾ ਐਡਰੈਸ ਭੇਜ ਦੇ। ਉਹਨੇ ਹਾਂ ਹੂੰ ਜਾ ਕਰਤਾ। ਫਿਰ ਮੈਨੂੰ ਮੈਸੇਜ ਵੀ ਕੀਤੇ ਨੇ ਵੀ ਐਡਰੈਸ ਭੇਜ ਦੇ ਆਪਦਾ, ਪਰ ਉਹਨੇ ਕੋਈ ਐਡਰੈਸ ਨਹੀਂ ਭੇਜਿਆ। ਅੱਛਾ ਇੱਕ ਭੈਣੇ ਹੋਰ ਆ, ਬਾਈ ਜੀ ਹੋਰੇ ਦੱਸ ਰਹੇ ਸੀ ਕਿ ਆਫਰ ਲੈਟਰ ਤੁਹਾਡਾ ਵੀ ਆਇਆ ਹੋਇਆ ਸੀ, ਪਰ ਤੁਸੀਂ ਸੋਚਿਆ ਵੀ ਮੈਂ ਨਹੀਂ ਜਾਣਾ, ਵੀ ਮੇਰੇ ਲਈ ਜਿਹੜੇ ਪੈਸੇ ਤੁਸੀਂ ਰੱਖਿਆ ਹੋਏ ਇਹਦੇ ਲਈ ਇਹਨੂੰ ਭਰ ਦਿਓ, ਇਹਨੂੰ ਪਹਿਲਾਂ ਭੇਜ ਦਿਓ, ਮੈਂ ਫੇਰ ਚਲੇ ਜਾਊਂ, ਇੱਦਾਂ ਦਾ ਵੀ ਸੀਗਾ? ਹਾਂਜੀ ਸਰ, ਮੇਰਾ ਆਫਰ ਲੈਟਰ ਆਇਆ ਹੋਇਆ ਸੀਗਾ, ਅਤੇ ਮੈਨੂੰ ਐਂ ਹੋ ਗਿਆ ਵੀ ਮੇਰੇ ਬ੍ਰਦਰ ਦਾ ਬਣ ਜੂ, ਚੱਲ ਮੇਰਾ ਵੀ ਬਣ ਜੂਗਾ। ਮੈਂ ਆਪਦੇ ਨਾਲੋਂ ਪਹਿਲਾਂ ਮੇਰੇ ਬ੍ਰਦਰ ਲਈ ਉਹ ਕੀਤਾ। ਮੈਂ ਡੈਡੀ ਨੂੰ ਵੀ ਕਿਹਾ ਇੱਥੇ ਬੈਠਿਆਂ ਨੂੰ, ਮੈਂ ਕਿਹਾ ਪਹਿਲਾਂ ਵੀ ਉਹਦਾ ਕਰ ਦਿਓ, ਚੱਲ ਮੇਰਾ ਤਾਂ ਕਿਸੇ ਨੇ ਭਰ ਹੀ ਦੇਣੇ ਨੇ। ਅੱਛਾ ਲਾਡੀ ਭੈਣੇ ਤੁਹਾਡੇ ਨਾਲ ਕਦੇ ਕਾਨ ਦੇ ਵਿੱਚ ਇਕੱਲਾ ਬੈਠਦਾ ਹੋਣਾ ਜਾਂ ਫੋਨ 'ਤੇ ਕਦੇ ਤੁਹਾਡੇ ਨਾਲ ਗੱਲਬਾਤ ਕੋਈ ਇੱਦਾਂ ਦੀ ਕੀਤੀ ਆ? ਤੁਹਾਨੂੰ ਦੱਸਿਆ ਸੀ ਕੁਛ ਇੱਦਾਂ ਦਾ, ਤੁਹਾਨੂੰ ਸੰਕੇਤ ਮਿਲੇ ਹੋਣ?
ਉਹਨੇ ਬਸ ਐਵੇਂ ਕਿਹਾ ਸੀ ਵੀ ਥੋੜਾ ਗੱਲ ਘੱਟ ਕਰਦੀ ਆ, ਐ ਨਹੀਂ ਸੀ ਪਤਾ ਵੀ ਜਮੀ ਇੰਨਾ ਰੂਡ ਬੋਲਦੀ ਆ। ਉਹ ਸਾਨੂੰ ਚੈਟ ਤੋਂ ਪਤਾ ਲੱਗਿਆ, ਕਹਿੰਦਾ ਘੱਟ ਗੱਲ ਕਰਦੀ ਆ ਵੀ ਮੇਰੀ ਫਾਈਲ 'ਚ ਪ੍ਰੋਬਲਮ ਆਊ। ਫਿਰ ਮੈਂ ਉਹਨਾਂ ਦੇ ਘਰਦਿਆਂ ਤੱਕ ਵੀ ਗੱਲ ਪਹੁੰਚਾਈ ਸੀ ਵੀ ਉਹ ਗੱਲ ਕਰੇ, ਵੀ ਜਿਹੜੀ ਚੀਜ਼ ਲਈ ਅਸੀਂ ਰੁਪਏ ਲਾਏ ਨੇ ਵੀ ਉਹ ਹੀ ਨਾ ਬਣਿਆ, ਸਾਨੂੰ ਕੀ ਫਾਇਦਾ। ਤੇ ਫਿਰ ਉਹਦੇ ਘਰਦਿਆਂ ਨੇ ਅੱਗੋਂ ਪਤਾ ਨਹੀਂ ਕੀ ਕਿਹਾ ਜਾਂ ਨਹੀਂ। ਕੀ ਸੁਪਨਾ ਰੱਖਦਾ ਸੀ ਲਾਡੀ, ਕੀ ਆਖਦਾ ਹੁੰਦਾ ਸੀ ਬਾਹਰ ਜਾ ਕੇ ਮੈਂ ਤੁਹਾਨੂੰ ਬੁਲਾਊਂਗਾ, ਬੇਬੇ ਬਾਪੂ ਨੂੰ ਬੁਲਾਊਂਗਾ, ਕੀ ਆਖਦਾ ਹੁੰਦਾ ਸੀ? ਸੁਪਨਾ ਤਾਂ ਹੁਣ ਉਹ ਹੈਗਾ ਸੀ, ਸ਼ੌਂਕ ਬਹੁਤ ਸੀ, ਤਾਂ ਹੀ ਮੈਂ ਆਪਦੇ ਨਾਲੋਂ ਪਹਿਲਾਂ ਉਹਦਾ ਕੀਤਾ। ਬਹੁਤ ਸ਼ੌਂਕ ਸੀ ਉਹਨੂੰ ਬਾਹਰ ਜਾਵਾਂ, ਅੱਜ ਕੱਲ੍ਹ ਮੁੰਡੇ ਜਾ ਰਹੇ ਨੇ, ਤਾਂ ਹੀ ਕਰਕੇ ਮੈਂ ਉਹੀ ਗੱਲ ਆਪਣਾ ਸੁਪਨਾ ਰੋਕ ਕੇ ਉਹਦਾ ਉਹ ਕੀਤਾ ਵੀ ਉਹਦਾ ਪੂਰਾ ਹੋ ਜੂ ਸੁਪਨਾ। ਉਸ ਤੋਂ ਬਾਅਦ ਕਦੇ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਬਿਆਨ ਦੇ ਨਾਲ? ਕਦੇ ਤੁਸੀਂ ਕਾਲ ਕੀਤੀ ਹੋਵੇ, ਕਦੇ ਗੱਲਬਾਤ ਕੀਤੀ ਆ ਜਾਂ ਕਿਸੇ ਆਪਣੇ ਫਰੈਂਡ ਨੂੰ ਉਹਦੇ ਕੋਲੇ ਭੇਜਿਆ ਹੋਵੇ, ਕੁਛ ਇਦਾਂ ਦਾ ਹੋਇਆ? ਨਹੀਂ ਸਰ, ਇਸ ਤੋਂ ਬਾਅਦ ਕੋਈ ਗੱਲ, ਜਦੋਂ ਉਹਨੇ ਮੈਸੇਜ ਤੇ ਮੈਨੂੰ ਆਪਦਾ ਐਡਰੈਸ ਨਹੀਂ ਭੇਜਿਆ, ਨਾ ਮੈਨੇ ਉਹਨੂੰ ਕਾਲ ਕੀਤੀ ਆ, ਨਾ ਉਹਨੇ ਮੈਨੂੰ ਕੋਈ ਮੈਸੇਜ, ਕੋਈ ਗੱਲਬਾਤ ਨਹੀਂ ਹੋਈ ਸਾਡੇ 'ਚ। ਜੇ ਸੁਭਾਅ ਦੇ ਤੌਰ ਤੇ ਦੇਖੀਏ ਭੈਣੇ, ਕਿੱਦਾਂ ਦਾ ਸੀ ਲਾਡੀ? ਸੁਭਾਅ ਬਹੁਤ ਨਰਮ ਸੀ, ਸਾਰੇ ਪਿੰਡ 'ਚੋਂ ਪੁੱਛ ਲਿਓ, ਬਹੁਤ ਸਾਊ ਸੀ। ਉਹ ਜਿਹਾ ਮੁੰਡਾ ਤੁਹਾਨੂੰ ਕਿਤੇ ਮਿਲਣਾ ਹੀ ਨਹੀਂ। ਇਹ ਵੀ ਕਿਤੇ ਨਾ ਕਿਤੇ ਕਾਰਨ ਬਣਦੇ, ਵੀ ਕਿਤੇ ਨਾ ਕਿਤੇ ਕਾਰਨ ਰਿਹਾ ਕਿ ਜਿਹੜਾ ਬਹੁਤਾ ਸਾਊ ਸੁਭਾਅ ਦਾ ਸੀ, ਬਹੁਤ ਹਨਾ, ਤੇ ਆਪਣੇ ਅੰਦਰ ਹੀ ਗੱਲਾਂ ਜਿਹੜੀਆਂ ਸਾਰੀਆਂ ਲੁਕੋ ਕੇ ਰੱਖੀ ਗਿਆ, ਲੁਕੋ ਕੇ ਰੱਖੀ। ਉਹ ਕਹਿੰਦਾ, ਉਹ ਅਸੀਂ ਨੇ ਚੈਟ ਪੜ੍ਹੀ ਆ, ਉਹ ਚਾਹੁੰਦਾ ਸੀ ਵੀ ਆਪਣੇ ਪਰਿਵਾਰਾਂ ਦੀ ਇੱਜ਼ਤ ਨਾ ਰੁਲੇ, ਸਾਡੀ ਬੇਇੱਜ਼ਤੀ ਨਾ ਹੋਵੇ, ਵੀ ਭੂਆ ਨਾਲੇ ਭੂਆ ਨੇ ਰਿਸ਼ਤਾ ਕਰਵਾਇਆ ਵੀ ਉਹਨਾਂ ਦੀ ਇੱਜ਼ਤ ਨਾ ਰੁਲੇ। ਉਹਦਾ ਲਿਖਿਆ ਹੋਇਆ ਸਾਰੀਆਂ ਚੀਜ਼ਾਂ ਵੀ ਆਪਣੀ ਬਹੁਤ ਪਰਿਵਾਰਾਂ ਦੀ ਬੇਇੱਜ਼ਤੀ ਹੋ ਜੂਗੀ ਜੇ ਐਂ ਹੋ ਗਿਆ, ਐਂ ਹੋ ਗਿਆ, ਤੇ ਮੈਨੂੰ ਬਾਹਰ ਬੁਲਾ ਲਾ। ਤੇ ਇੱਕ ਥਾਵੇਂ ਲਿਖਿਆ ਵੀ ਹੋਇਆ ਮੈਂ 2020 ਤੱਕ ਆ, ਉਹਨੇ ਵੈਲ ਡਨ ਦਾ ਗੁੱਡ ਲੱਕ ਦਾ ਕੀਤਾ ਹੋਇਆਗਾ। ਅੱਛਾ, ਇਹ ਚੀਜ਼ਾਂ ਲਿਖੀਆਂ ਸੀ? ਨਹੀਂ, ਸੁਸਾਈਡ ਬਾਰੇ ਤਾਂ ਉਹਨੇ 4-5 ਵਾਰ ਲਿਖਿਆ। ਅੱਛਾ ਜੀ। ਹਾਂ, ਸੁਸਾਈਡ ਬਾਰੇ ਉਹਨੇ ਲਿਖਿਆ ਹੋਇਆ ਵੀ ਮੈਂ ਆਪਣੀ ਜ਼ਿੰਦਗੀ ਖਤਮ ਕਰ ਲੂੰਗਾ, ਉਹ ਮੈਂ ਤੁਹਾਨੂੰ ਚੈਟਾਂ ਦੂੰਗਾ, ਤੁਸੀਂ ਦਿਖਾ ਲਿਓ। ਅੱਛਾ, ਜਦੋਂ ਸੁਸਾਈਡ ਬਾਰੇ ਲਿਖਦਾ ਸੀ ਫਿਰ ਉਹਦਾ ਕੋਈ ਰਿਪਲਾਈ ਕਿੱਦਾਂ ਦਾ ਆਉਂਦਾ ਸੀ? ਕੋਈ ਰਿਪਲਾਈ ਆਉਂਦਾ ਸੀ? ਬਾਈ ਕੋਈ ਰਿਪਲਾਈ ਨਹੀਂ, ਬਾਅਦ ਇੱਕ ਥਾਂ ਤਾਂ ਉਹਨੇ ਬੈਲਡਾ ਨਹੀਂ ਕਰਿਆ ਹੈ ਜਿੰਨੇ ਨਿਬੜ ਲੈ। ਤੁਸੀਂ ਹਿਸਾਬ ਜੋ ਬੈਲਡਾ ਨਹੀਂ ਕਰਤਾ, ਨਹੀਂ ਉਹ ਤੇ ਲਿਖਣਾ ਸੀ ਉਹਨੇ ਵੀ ਤੂੰ ਇਦਾਂ ਕਿਉਂ ਕਰ ਰਿਹਾ, ਵੀ ਮੈਂ ਤੈਨੂੰ ਲੈ ਕੇ ਜਾਊਂਗੀ, ਮੈਂ ਲੱਗੀ ਹਾਂ ਵੀ ਲੋਕਡਾਊਨ ਦਾ ਪ੍ਰੋਬਲਮ ਹੈ ਮੈਨੂੰ, ਕੋਈ ਵੀ ਮੈਨੂੰ ਮੈਥੋਂ ਪੇਪਰ ਵਰਕ ਨਹੀਂ ਬਣ ਰਿਹਾ, ਮੇਰਾ ਇੰਨਾ ਟਾਈਮ ਰਹਿੰਦਾ ਜਾਂ ਮੈਂ ਇੰਨਾ ਕੁਛ ਦਿਖਾਉਣਾ ਇੱਥੇ, ਉੱਥੋਂ ਦੀ 100 ਫਾਰਮੈਲਿਟੀਆਂ ਹੋਣਗੀਆਂ, ਪਰ ਉਹਦੇ ਬਾਰੇ ਉਹ ਲਿਖਦੀ ਨਾ, ਡਿਸਕਸ਼ਨ ਕਰਦੀ। ਤੁਸੀਂ ਸਾਰੀ ਚੈਟ ਪੜ੍ਹੋ, ਲਾਡੀ ਸਿਰਫ ਇੱਕੋ ਗੱਲ ਤੇ ਲੜ ਰਿਹਾ ਵੀ ਤੂੰ ਮੈਨੂੰ ਕਾਲ ਕਿਉਂ ਨਹੀਂ ਕਰਦੀ, ਮੇਰੇ ਨਾਲ ਕਾਲ ਤੇ ਗੱਲ ਕਿਉਂ ਨਹੀਂ ਕਰਦੀ, ਜਦ ਕਿ ਤੁਸੀਂ ਫਾਈਲ ਲਾਉਣੀ ਆ ਉਹਦਾ ਕੋਈ ਹੁੰਦਾ ਹੋਊਗਾ ਉੱਥੇ ਸਿਸਟਮ ਵੀ ਤੁਸੀਂ ਕਿੰਨੇ ਘੰਟੇ ਗੱਲ ਕੀਤੀ ਹੋਈ ਆ, ਤੁਸੀਂ ਕਿੰਨੀ ਗੱਲ ਕਰਦੇ ਸੀ, ਉਹ ਕਿੱਥੋਂ ਪ੍ਰੂਫ ਕਰਦੇ ਫਿਰ ਉਹ ਵੀ ਫਾਈਲ ਲਾਉਂਦੇ, ਉਹ ਪ੍ਰੂਫ ਹੀ ਨਹੀਂ ਕੋਈ ਵੀ ਲਾਡੀ ਉਹਦੇ ਨਾਲ ਫੋਨ ਤੇ ਗੱਲ ਕਰ ਰਿਹਾ। 15 ਦਿਨਾਂ ਤੋਂ ਜੌਬ ਲੈਟਰ ਮੰਗ ਰਿਹਾ ਕੁਛ ਲਾਡੀ। ਹਾਂ, ਲਾਡੀ ਦੇ ਮੈਸੇਜ ਤੋਂ ਪਤਾ ਲੱਗਿਆ ਉਹ ਤੋਂ ਉਹਦਾ ਜੌਬ ਲੈਟਰ ਵਗੈਰਾ ਡਾਕੂਮੈਂਟ ਵੀ ਮੰਗ ਰਿਹਾ, ਪਰ ਉਹਨੇ ਕੁਛ ਸੈਂਡ ਨਹੀਂ ਕੀਤਾ ਹੋਇਆ। ਕਿਹਾ ਹੋਇਆ ਕਰ ਦੂੰ, ਬਸ ਆਹ ਚੀਜ਼ਾਂ ਲਿਖੀਆਂ ਹੋਈਆਂ ਨੇ, ਮੈਂ ਥੱਕੀ ਹੋਈ ਹਾਂ, ਮੈਂ ਕਿਹੜਾ ਵਿਹਲੀ ਹਾਂ ਤੇਰੇ ਨਾਲ ਗੱਲ ਕਰਨ ਨੂੰ। ਐਵੇਂ ਤੁਸੀਂ ਚੈਟ ਪੜ੍ਹ ਲਿਓ, ਸਾਰਿਆਂ ਨੂੰ ਪਤਾ ਲੱਗ ਜਾਣਾ। ਜਦੋਂ ਉਸ ਤੋਂ ਬਾਅਦ ਪਹਿਲਾਂ ਭੈਣੇ ਤੁਹਾਡੀ ਕਿੰਨੇ ਕੁ ਵਾਰ ਗੱਲਬਾਤ ਹੁੰਦੀ ਸੀ? ਤੁਹਾਡੀ ਗੱਲਬਾਤ ਹੁੰਦੀ ਜਦੋਂ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਸੀ, ਜਾਂ ਬਾਪੂ ਜੀ ਹੋਰੇ ਬੇਬੇ ਹੋਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਸੀ, ਉਦੋਂ ਵੀ ਇਗਨੋਰ ਇਦਾਂ ਦਾ ਕੁਝ ਕਰਦੀ ਸੀ ਉਹ? ਸਾਡੇ ਨਾਲ ਜਿਵੇਂ ਗੱਲ ਕਰਦੀ ਸੀ, ਹਾਂ ਹੂੰ ਬਸ ਕਿਵੇਂ ਹੋ, ਠੀਕ ਆ ਐ, ਬਸ ਥੋੜ੍ਹੀ ਬਹੁਤੀ ਗੱਲ ਕਰਦੀ ਸੀ। ਉਹ ਵੀ ਐਂ ਖੁੱਲ੍ਹ ਕੇ ਕੋਈ ਗੱਲ ਨਹੀਂ ਸੀ ਕਰਦੀ, ਉਹ ਵੀ ਬਹੁਤ ਜ਼ਿਆਦਾ ਲੰਬੇ ਟਾਈਮ ਤੋਂ ਗੱਲ ਹੁੰਦੀ ਸੀ ਸਾਡੀ। ਉੱਦਾਂ ਕੋਈ ਗੱਲਬਾਤ ਹੁੰਦੀ? ਬਾਈ ਫੁੱਫੜ ਜੀ ਹੋਰਾਂ ਨੇ ਜਿਹੜਾ ਰਿਸ਼ਤਾ ਕਰਵਾਇਆ, ਉਹਨਾਂ ਨੇ ਫਿਰ ਅੱਗੇ ਜਿੱਦਾਂ ਹੁਣ ਆਪਾਂ ਹੁੰਦਾ ਜਦੋਂ ਇਦਾਂ ਦਾ ਕੁਝ ਹੁੰਦਾ ਤਾਂ ਆਪਾਂ ਵਿਚੋਲੇ ਨੂੰ ਹੀ ਕਹਿਣੇ ਆ। ਲਾਡੀ ਨੇ ਕਦੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੋਵੇ ਕਿ ਉਹ ਚਲੋ ਅੰਦਰ ਖਾਤੇ ਹੀ ਨਿਪਟਾ ਦੇਣੀ ਚੀਜ਼, ਮੇਰੇ ਘਰ ਤੱਕ ਵੀ ਨਾ ਪਹੁੰਚੇ, ਉਹਨਾਂ ਦੇ ਘਰ ਤੱਕ ਨਾ ਪਤਾ ਲੱਗੇ, ਇਦਾਂ ਦੀ ਵੀ ਕੋਈ ਗੱਲਬਾਤ ਜਿੱਦਾਂ ਫੁੱਫੜ ਜੀ ਹੋਰਾਂ ਦੇ ਨਾਲ ਗੱਲਬਾਤ ਤੁਹਾਡੀ ਹੋਈ ਆ? ਹਾਂ, ਫੋਨ ਕਰਕੇ ਕਹਿੰਦਾ ਸੀ ਫੁੱਫੜ ਜੀ ਵੀ ਮਤਲਬ ਕਿ ਮੈਨੂੰ ਤਾਂ ਇਹ ਵੀ ਗੱਲਾਂ ਹੁਣ ਨਿਕਲ ਕੇ ਆਈਆਂ ਨੇ, ਮਤਲਬ ਕਿ ਸਾਡੇ ਪਰਿਵਾਰ ਨੇ ਵੀ ਡਿਸਕਸ਼ਨ ਨਹੀਂ ਕੀਤੀ ਵੀ ਬਾਹਰ ਜਾਵਾਂਗੇ ਯਾਰ ਕਿਤੇ ਗੱਲ ਨਿਕਲ ਜੂ, ਬੇਇੱਜ਼ਤੀ ਨਾ ਹੋਵੇ ਆਪਣੀ, ਹੈ ਨਾ। ਇਹ ਮਾੜੀ ਮੋਟੀ ਚਲੋ ਪ੍ਰਾਹੁਣੇ ਨੂੰ ਵੀ ਕਹਿ ਦਿੰਦੇ ਸੀ ਵੀ ਸਿਰਾਜ ਵੀ ਤੁਸੀਂ ਕਹਿ ਦਿਓ ਕੁੜੀ ਨੂੰ ਗੱਲ ਕਰ ਲੂਗੀ। ਹਾਂ, ਉਹ ਕਹਿੰਦਾ ਜਾਊਂਗਾ, ਪਿੰਡ ਵੀ ਇੱਕ ਵਾਰ ਜਾ ਕੇ ਆਇਆ, ਕਿਉਂਕਿ ਉਹਨਾਂ ਨੇ ਕੋਈ ਰਿਪਲਾਈ ਨਹੀਂ ਕਰਿਆ ਹੈਗਾ, ਯਾਨੀ ਕਿ ਇੰਨਾ ਬਾਲੇਗਿਰੀ ਵੀ ਨਹੀਂ ਹੋਇਆ। ਮੈਂ ਤੈਨੂੰ ਕਹਿਦਾ ਹਾਂ, ਐਂਡ ਤੇ ਆ ਕੇ ਤਾਂ ਹੁਣ ਤਾਂ ਜਦੋਂ ਡੈਥ ਹੋਈ ਉਹਦੀ ਕਾਫੀ ਹੋ ਗਿਆ ਸੀ, ਫਿਰ ਹੁਣ ਤਾਂ ਜਦੋਂ ਉਹਨੇ ਰਾਤ ਨੂੰ ਵੀ ਉਹਨੂੰ ਇੰਨੇ ਫੋਨ ਕਰੇ, ਬਸ ਉਹ ਕਹਿੰਦਾ ਮੈਂ ਜਾ ਕੇ ਆਇਆ ਜੀ, ਮੈਂ ਕਿਹਾ ਆ, ਫਿਰ ਉਹ ਵੀ ਕੀ ਗੋਲੀ ਮਾਰਦੀ ਜੀ? ਤੁਸੀਂ ਇਹ ਗੱਲ ਦੱਸੋ, ਬੱਚਾ ਹੁਣ ਉੱਥੇ ਬੈਠਾ ਹੈ, ਉਹ ਕੀ ਗੋਲੀ ਮਾਰਦੇ ਉਹਦੇ? ਲੋਕਲ ਹੋਵੇ ਘਰੇ ਆਪਾਂ ਕਹਿ ਵੀ ਸਕਦੇ ਹਾਂ, ਹੁਣ ਉੱਥੇ ਬੈਠੀ ਤਾਂ ਮਨ ਮਰਜ਼ੀ ਕਰੂ ਆਪਦੀ। ਅੱਛਾ, ਇੱਕ ਚੀਜ਼ ਹੋਰ ਸਾਹਮਣੇ ਕਹਿੰਦੇ ਜਦੋਂ ਕੋਈ ਚੀਜ਼ਾਂ ਮੰਗਵਾਉਂਦਾ ਸੀ, ਜੇ ਲਾਡੀ ਕਹਿੰਦਾ ਸੀ ਮੈਨੂੰ ਵੀ ਕੋਈ ਚੀਜ਼ ਭੇਜ ਦੇ, ਕਿਉਂਕਿ ਚਾਹ ਹੀ ਹੁੰਦਾ ਜਦੋਂ ਕੋਈ ਸਾਡਾ ਜਿਹੜਾ ਬਾਹਰ ਗਿਆ ਹੁੰਦਾ, ਸਾਨੂੰ ਚਾਹ ਹੁੰਦਾ ਯਾਰ ਮੈਨੂੰ ਆਹ ਚੀਜ਼ ਆਈ ਆ, ਮੈਨੂੰ ਆਹ ਚੀਜ਼ ਆਈ ਆ, ਤਾਂ ਉਦੋਂ ਜਵਾਬ ਕਿੱਦਾਂ ਦੇ ਆਉਂਦੇ ਸੀ? ਹੁਣ ਦੇਖੋ ਭਾਅ ਜੀ, ਮੇਰੀ ਸਿਸਟਰ ਅਮਰੀਕਾ ਨਾ, ਉਹ ਆਵੇ ਨਾ ਆਵੇ, ਮੇਰੇ ਮੁੰਡੇ ਨੂੰ ਕੱਪੜਾ ਲੀੜਾ, ਸਾਨੂੰ ਸ਼ੈਂਪੂ ਸਾਬਣਾ ਬਹੁਤ ਕੁਛ ਭੇਜਦੀ ਆ। ਮਤਲਬ ਕਿ ਇਹਨੇ ਇੱਕ ਵਾਰ ਉਹਨੂੰ ਕਿਹਾ, ਕਹਿੰਦਾ ਵੀ ਮੈਨੂੰ ਆਈਫੋਨ ਦਵਾ ਦੇ ਜਾਂ ਡਾਲਰ ਦੇ ਕੁਛ, ਕਹਿੰਦੇ ਡਾਲਰ ਝਾੜਾ ਨੂੰ ਨਹੀਂ ਲੱਗਦੇ ਇੱਥੇ। ਫਿਰ ਇੱਕ ਦਿਨ ਇਹਨੇ ਕਿਹਾ, ਕਹਿੰਦਾ ਮੈਨੂੰ ਡਾਲਰ ਫੋਨ 'ਚ ਦਿਖਾ ਦੇ। ਕਹਿੰਦੇ ਇੱਥੇ ਆ ਕੇ ਕਮਾ ਲਈ, ਕਹਿੰਦੇ ਆਪੇ ਦੇਖ ਲੇਗਾ। ਕਹਿੰਦੇ ਦੇਖੋ ਕੀ ਕਰੋਗੇ ਹੁਣ ਤੁਸੀਂ।
ਇਹ ਸਾਡਾ ਬੱਚਾ ਇੱਥੇ ਰਾਜਵਿੰਦਰ ਦਾ ਬੇਟਾ, ਉਹਨੂੰ 2000-3000 ਦੇ ਕੱਪੜੇ ਉਹ ਵੀ ਕਹਿਣ ਤੇ, ਲਾਡੀ ਦੇ ਬਾਰੀ ਕਹਿਣ ਤੇ ਉਹ ਐਮਾਜ਼ੋਨ ਤੋਂ ਉਹ ਵੀ ਇੰਡੀਆ ਚੋਂ ਖਰੀਦ ਕੇ ਭੇਜਿਆ। ਜਿਸ ਦਿਨ ਉਹ ਬਾਕਸਾ ਖੋਲ੍ਹਿਆ ਗਾ ਉਹਨੇ, ਲਾਡੀ ਨੇ ਉਹਨੂੰ ਬੜੇ ਚਾਅ ਸੀ ਵੀ ਮੇਰੇ ਲਈ ਵੀ ਕੁਝ ਹੋਊਗਾ। ਜਦੋਂ ਡੱਬਾ ਖੋਲ੍ਹਿਆ ਉਹਨੇ ਇਕੱਲੇ ਜਵਾਕ ਦੇ ਕੱਪੜੇ ਦੇਖ ਕੇ ਉਹਦਾ ਮਤਲਬ ਕਿ ਕਹਿੰਦੇ ਵੀ ਚਿਹਰਾ ਨਮ ਜਾ ਹੋ ਗਿਆ ਵੀ ਯਾਰ ਮੈਨੂੰ ਤਾਂ ਕੁਝ ਭੇਜਿਆ ਹੀ ਨਹੀਂ ਕਹਿੰਦਾ। ਤੁਸੀਂ ਹਿਸਾਬ ਲਾ ਲਓ ਬਸ ਹੁਣ ਇੱਥੋਂ ਅੱਗੇ ਵੀ ਜਦੋਂ ਉਹ ਵਿਆਹੁਣ ਖਾਤਰ ਇੰਡੀਆ ਆਈ ਆ, ਆਪਦੇ ਪੇਕਿਆਂ ਦੀ ਗੱਡੀ 'ਚ ਆਈ ਹੈ, ਸਿੱਧੀ ਆਪਦੇ ਘਰੇ ਗਈ ਹੈ। ਲਾਡੀ ਨੂੰ ਇੱਕ ਗਿੱਠ ਦੀ ਰੁਮਾਲ ਵੀ ਨਹੀਂ ਲੈ ਕੇ ਆਈ ਉਹ, ਯਾਨੀ ਕਿ ਉਹ ਵਿਆਹ ਕਰਾਉਣਾ ਹੀ ਹੈ ਇੰਡੀਆ। ਉਹਦਾ ਹਸਬੈਂਡ 1 ਸਾਲ ਪਹਿਲਾਂ ਦੀ ਉਹ ਗਈ ਹੋਈ ਹੈ। ਚਾਹੇ ਯਾਰ ਤੁਸੀਂ $20 ਕਿਸੇ ਦੋਸਤ ਤੋਂ ਹੀ ਫੜ ਕੇ ਲਿਆਵੋ, ਘੱਟੋ ਘੱਟ ਆਪਣੇ ਘਰ ਵਾਲੇ ਤੋਂ ਕੋਈ ਰਿੰਗ ਕੁਛ ਤਾਂ ਲੈ ਕੇ ਆਓਗੇ, ਕੁਛ ਵੀ ਨਹੀਂ ਲੈ ਕੇ ਆਈ ਬਾਈ, ਖਾਲੀ ਹੱਥ ਆਈ ਹੈ। ਜਿਹੜਾ ਉਹਨੇ ਮੇਕਅਪ ਨਹੀਂ ਕਰਿਆ, ਸਿੰਪਲ ਜਮਾ ਆਈ ਕਿ ਮੇਰਾ ਫੇਸ ਖਰਾਬ ਹੁੰਦਾ, ਸੜਾ ਜਿਹਾ ਉਹਨੇ ਲਹਿੰਗਾ ਚੱਕ ਕੇ ਪਾਇਆ ਹੋਇਆ, ਲੱਛਣ ਤਾਂ ਉਹਦੇ ਦੀਂਦੇ ਤੇ, ਪਰ ਅੱਖਾਂ ਹੀ ਮੀਚ ਲਿਆ ਸਾਰਿਆਂ ਨੇ ਵੀ ਚੱਲ ਕਿਹੜਾ ਮੁੰਡਾ ਵਗ ਜੀ। ਹੁਣ ਗੱਲਾਂ ਸੋਚਦੇ ਆ ਉਹਨੂੰ, ਉਦੋਂ ਨਹੀਂ ਸੋਚੀਆਂ, ਉਹ ਹੁਣ ਸੋਚਦੇ ਆ ਯਾਰ ਵੀ ਉਦੋਂ ਐਂ ਕਿਉਂ ਹੋ ਰਿਹਾ ਸੀਗਾ। ਇੱਕ ਮੈਂ ਦੂਜਿਆਂ ਨੂੰ ਵੀ ਕਹਿਣਾ, ਜਿਹੜਾ ਕੋਈ ਹੋਰ ਮੁੰਡਾ ਵਿਆਹ ਕਰਾਊਗਾ ਨਾ, ਇਹ ਗੱਲਾਂ ਨੋਟ ਕਰ ਲਿਓ ਵੀਰੇ, ਜਿਹੜੀਆਂ ਸਾਡੇ ਨਾਲ ਹੋਈਆਂ ਨੇ, ਤੁਸੀਂ ਨਾ ਆਪਦਾ ਘਰ ਪੱਟ ਲਿਓ। ਅੱਛਾ, ਇੱਕ ਚੀਜ਼ ਹੋਰ ਆ, ਤੁਸੀਂ ਦੱਸ ਰਹੇ ਸੀ ਕਿ ਲਾਡੀ ਇਹ ਇੱਥੋਂ ਤੱਕ ਮੈਸੇਜ ਦੇ ਵਿੱਚ ਕਹਿੰਦਾ ਸੀ ਕਿ ਮੈਨੂੰ ਇੱਕ ਵਾਰੀ ਤਾਂ ਇੱਧਰ ਲਿਜਾ ਕੇ ਛੱਡ ਦੇ, ਜੇਕਰ ਤੇਰੀ ਕੋਈ ਕਿਸੇ ਨਾਲ ਵੀ ਗੱਲਬਾਤ ਹੈਗੀ, ਇਹ ਚੀਜ਼ਾਂ ਵੀ ਸੀਗੀਆਂ। ਹਾਂ, ਇਹ ਚੈਟ 'ਚ ਲਿਖਿਆ ਉਹਨੇ ਵੀ ਜੇ ਤੇਰੇ ਕਿਸੇ ਨਾਲ ਹੋਰ ਸੈਟਿੰਗ ਹੈ ਇੱਥੇ, ਕੋਈ ਚੱਕਰ ਨਹੀਂ, ਵੀ ਤੂੰ ਮੈਨੂੰ ਇੱਥੋਂ ਕੇਰਾਂ ਲੈ ਜਾ, ਇੱਥੇ ਛੱਡ ਦੇ, ਵੀ ਮੈਂ ਤੇਰੀ ਜ਼ਿੰਦਗੀ 'ਚ ਇੰਟਰਫੇਅਰ ਨਹੀਂ ਕਰੂੰਗਾ। ਇਹ ਲਿਖਿਆ ਉਹਨੇ, ਪਿਆ ਚੈਟ 'ਚ। ਭਾਵ ਲਾਡੀ ਇਹ ਸੋਚਦਾ ਸੀ ਕਿ ਮੈਂ ਜਿਹੜਾ ਕਿੱਲਾ ਬਾਪੂ ਦਾ ਗਹਿਣੇ ਧਰਿਆ ਉਹਨੂੰ ਛਡਵਾ ਲਾਂ, ਵੀ ਮੈਂ ਇੱਕ ਵਾਰੀ ਉੱਥੇ ਜਾ ਕੇ ਮੈਂ ਸੈੱਟ ਹੋ ਜਾ। ਨਹੀਂ ਵੀਰੇ ਦੇਖੋ, ਉਹਨੇ ਚੈਟ 'ਚ ਵੀ ਲਿਖਿਆ, ਮੈਂ ਵੀ ਉਹਨੂੰ ਇੱਕ ਵਾਰ ਕਿਹਾ, ਮੈਂ ਕਿਹਾ ਸੀ ਬੈਠੇ ਸੀ, ਮਹਾਂ ਲਾਡੀ ਉਹ ਲੱਗਦਾ ਆਪਣਾ ਕਿੱਲਾ ਵੀ ਕੋਈ ਤੈਨੂੰ ਲੈ ਕੇ ਵੀ ਨਹੀਂ ਜਾਂਦੀ, ਵੀ ਮਜ਼ਾਕ 'ਚ। ਅੱਛਾ ਜੀ। ਉਹਦਾ ਮਜ਼ਾਕ 'ਚ ਜਿੱਦਾਂ ਅਸੀਂ ਬੈਠੇ ਜਦੋਂ, ਤੇ ਉਹ ਲੋਕ ਵੀ ਹੱਸਣ ਲੱਗ ਜਾਂਦੇ ਸੀ, ਉਹਦੇ ਫਰੈਂਡ ਨੇ, ਉਹ ਲਾਡੀ ਤੈਨੂੰ ਲੈ ਕੇ ਨਹੀਂ ਜਾਂਦੀ। ਮੇਰਾ ਭਤੀਜਾ ਬਹੁ ਵੀ ਕੈਨੇਡਾ, ਮੇਰੇ ਭਾਈ ਦਾ, ਇਹਨੇ ਹੁਣ ਸਿੱਧੇ ਕੱਦੂ ਕਰਦੇ ਸੀ, ਕੋਈ ਵੀਡੀਓ ਬਣਾ ਕੇ ਪਾਈ, ਉਹ ਕਹਿੰਦਾ ਕਿੰਨਾ ਕੁ ਚਿਰ ਇੱਥੇ ਕੱਦੂ ਕਰ ਕਈਆਂ ਫੇਰੀ ਜਾਵੇਂਗਾ, ਤੂੰ ਤੇਰੇ ਵਾਲੀ ਨੂੰ ਕਹਿ ਕੇ ਕੈਨੇਡਾ ਜਹਾਜ਼ ਚੜਿਆ। ਇਹ ਉਹਨੂੰ ਕਹਿੰਦਾ, ਉਹਦੇ ਫੋਨ ਤੇ ਕਹਿੰਦਾ ਯਾਰ, ਕਹਿੰਦਾ ਵੀ ਆ ਤਾਂ ਜਾਵਾਂ, ਜੇ ਬੁਲਾਵੇ ਤਾਂ ਆਊਂਗਾ। ਅੱਛਾ, ਹਾਂ, ਵੀ ਬੁਲਾ ਤਾਂ ਲੈ ਵੀ ਮੈਂ ਫੇਰ ਹੀ ਆਊਂ, ਜੋ ਪੇਪਰ ਭੇਜੂਗੇ, ਇੱਦਾਂ ਮੈਂ ਕਿੱਦਾਂ ਜਹਾਜ਼ ਚੜ੍ਹ ਜਾ। ਪਰ ਥੋੜ੍ਹੇ ਬਹੁਤੇ ਸੰਕੇਤ ਮਤਲਬ ਹਲਕੇ ਫੁਲਕੇ ਦਿੰਦਾ ਸੀ। ਹਾਂ, ਸਾਨੂੰ ਐਂ ਤੇ ਯਾਰ ਵੀ ਵੀਰੇ ਵੀ ਰਿਸ਼ਤੇਦਾਰੀ ਦਾ ਕੰਮ ਹੈਗਾ, ਵੀ ਜੇ ਵਿਗੜਾਂਗੇ ਸਾਡੇ ਬੱਚੇ ਦੇ ਡਿਪਰੈਸ਼ਨ ਨਾ ਪੈ ਜੇ। ਇਹ ਥੋੜਾ ਮਤਲਬ ਕਿ ਵੀ ਇਹ ਉਹੀ ਭੋਲਾ ਜਾਏਗਾ ਵੀ ਕਿਤੇ ਜਿਹੜੀ ਗੱਲ ਦਾ ਡਰ ਸਾਨੂੰ ਹੈਗਾ ਤੇ ਉਹ ਹੋ ਗਿਆ, ਪਰ ਸਾਨੂੰ ਉਮੀਦ ਨਹੀਂ ਸੀ ਵੀ ਇੱਦਾਂ ਕਰ ਜੂ ਇਹ, ਸਾਡਾ ਸਟੈਪ ਚੱਕ ਜੂਗਾ। ਪਰ ਸਾਨੂੰ ਐਂ ਤੇ ਚੱਲ ਯਾਰ ਵੀ ਉਧਰ ਪ੍ਰਾਹੁਣਾ ਹੈਗਾ, ਅਗਰ ਰਿਸ਼ਤੇਦਾਰੀ ਦਾ ਕੰਮ ਵੀ ਕਹਿ ਕਹਾ ਕੇ ਚੱਲ ਵੀ ਕਿਰਾਂ ਲੈ ਜੂ ਬਸ, ਪਰ ਉਹ ਲੈ ਕੇ ਨਹੀਂ ਗਈ ਭਰਾਵਾ ਸਾਡਾ ਮੁੰਡਾ ਬਸ। ਅੱਛਾ ਬਾਈ, ਕਾਨੂੰਨੀ ਕਾਰਵਾਈ ਕੋਈ ਤੁਸੀਂ ਕੀਤੀ ਹੈ ਹੁਣ ਤੱਕ, ਜਾਂ ਪਹਿਲ ਕਰਮੀ ਕੀਤੀ ਹੈ, ਜਾਂ ਕਿਸੇ ਨੇ ਬਾਹਰੋਂ ਤੁਹਾਡੇ ਤੱਕ ਜਿਹੜਾ ਆ ਸਾਥ ਦਿੱਤਾ ਹੋਵੇ ਕਿ ਭਾਈ ਕਾਨੂੰਨੀ ਕਾਰਵਾਈ ਆਪਾਂ ਕਰਾਂਗੇ? ਬਾਹਰੋਂ ਵੀਰੇ ਬਹੁਤ ਰਿਸਪੌਂਸ ਆ ਸਾਨੂੰ। ਇੱਕ ਮੁੰਡਾ ਟਰਾਲਾ ਚਲਾਉਂਦਾ, ਉਹਦਾ ਨਾਮ ਆ ਭੁੱਲ ਗਿਆ, ਉਹਦਾ ਹੀ ਫੋਨ ਆਇਆ। ਇੱਕ ਮੁੰਡਾ ਕੀ ਆ ਉਹ ਜਿਹੜਾ ਫੇਸਬੁੱਕ 'ਤੇ ਪਾਉਂਦਾ ਹੈ, ਸਿੰਘ ਹਰਪ੍ਰੀਤ, ਉਹਨੇ ਸਾਨੂੰ ਬਹੁਤ ਵਧੀਆ ਰਿਸਪੌਂਸ ਦਿੱਤਾ ਹੈ। ਇੱਕ ਬਾਸੀ ਆ ਬਾਈ ਆਪਣਾ, ਉਹਨੇ ਬਹੁਤ ਸਾਨੂੰ ਰਿਸਪੌਂਸ ਦਿੱਤਾ ਹੈਗਾ। 2-3 ਫੋਨ ਹੋਰ ਵੀ ਆ ਰਹੇ ਨੇ, ਇੰਡੀਆ ਤੋਂ ਮੈਨੂੰ ਫੋਨ ਆ ਰਹੇ ਨੇ, ਬਾਈ ਤੇਰਾ ਨੰਬਰ ਦਿੰਦੇ ਆ ਕੈਨੇਡਾ, ਉੱਥੋਂ ਤੁਹਾਡੇ ਨਾਲ ਲੋਕਾਂ ਨੇ ਰਾਬਤਾ ਕਾਇਮ ਕਰਨਾ ਹੈ। ਹਾਂ, ਅਸੀਂ ਉਹਨਾਂ ਨੂੰ ਇੱਕ ਗੱਲ ਕਹਿੰਦੇ, ਇੱਕ ਵੀਰ ਨੇ ਮੈਨੂੰ ਮੈਸੇਜ ਕਰਿਆ ਸੀ, ਉਹ ਕਹਿੰਦਾ ਵੀ ਤੁਹਾਨੂੰ ਅਸੀਂ ਪੈਸੇ ਇਕੱਠੇ ਕਰਕੇ ਭੇਜਣੇ ਆ। ਵੀਰੇ ਸਾਨੂੰ ਉਹ ਪੈਸੇ ਪੂਸੇ ਇਕੱਠੇ ਕਰਨ ਦੀ ਲੋੜ ਨਹੀਂ, ਸਾਡੀ ਇੱਥੇ ਹੀ ਹੈਲਪ ਕਰ ਦਿਓ। ਜਿਹੜੇ ਸਾਨੂੰ ਇਹ ਚੈਨਲ ਨੂੰ ਦੇਖ ਰਹੇ ਹੋ, ਸਾਨੂੰ ਇੱਥੋਂ ਦੱਸੋ ਵੀ ਤੁਸੀਂ ਸਾਡੀ ਕੀ ਹੈਲਪ ਕਰ ਸਕਦੇ ਆ। ਅਸੀਂ ਇਹ ਕੁੜੀ ਨੂੰ ਡਿਪੋਰਟ ਕਰਾਉਣਾ, ਕੁੱਲ ਮਿਲਾ ਕੇ ਇਹਨੂੰ ਅਸੀਂ ਇੰਡੀਆ ਹੀ ਦੁਬਾਰੇ ਲਿਆਉਣਾ ਹੈ, ਸਾਡਾ ਵਗ ਗਿਆ। ਇਹਨੂੰ ਦੇਖ ਕੇ ਫਿਰ ਕੋਈ ਹੋਰ ਨਾ ਕਰੇ। ਹੋਰ ਜੋ ਕੋਈ ਕੁੜੀ ਇਹ ਕਰੂਗੀ, ਉਹ 10 ਵਾਰੀ ਸੋਚੇ ਵੀ ਉਹ ਕੁੜੀ ਇੰਡੀਆ ਡਿਪੋਰਟ ਹੋ ਕੇ ਗਈ ਸੀ, ਵੀ ਮੈਂ ਵੀ ਵਗ ਜੂੰਗੀ। ਪਹਿਲੀ ਗੱਲ ਤਾਂ ਕੋਈ ਯਾਰ ਕਿਸੇ ਕੁੜੀ 'ਤੇ ਪੈਸੇ ਨਾ ਲਾਇਓ, ਜੇ ਲਾਓਗੇ ਤਾਂ ਉਹਦੀ ਤਸੱਲੀ 'ਤੇ ਲਾਇਓ ਭਰਾਵੋ, ਅਸੀਂ ਤਾਂ ਮਾਰੇਗੇ, ਸਿੱਧੀ ਜੀ ਗੱਲ ਹੈ। ਮਤਲਬ ਕਿ ਵੀ ਅਸੀਂ ਦੇਖੋ, ਮੈਂ ਸਾਰੀਆਂ ਕੁੜੀਆਂ ਨੂੰ ਮਾੜੀ ਨਹੀਂ ਕਹਿੰਦਾ, ਇੱਥੇ ਲਈ ਵਿੱਚ ਚੰਗੀਆਂ ਵੀ ਹੋਣਗੀਆਂ, ਲੈ ਕੇ ਵੀ ਗਈਆਂ ਨੇ, ਲੈ ਕੇ ਜਾਣਗੀਆਂ ਵੀ, ਪਰ 5 ਉਂਗਲਾਂ ਇੱਕੋ ਜਿਹੀਆਂ ਨਹੀਂ ਹੈਗੀਆਂ। ਬਾਈ ਲਾਡੀ ਜਦੋਂ ਤੁਹਾਡੇ ਕੋਲੇ ਆਉਂਦਾ ਹੁੰਦਾ ਸੀ, ਤੁਹਾਡੇ ਨਾਲ ਗੱਲਬਾਤ ਕਰਦਾ ਸੀ ਫੋਨ ਤੇ, ਤੁਹਾਨੂੰ ਕਦੇ ਪਤਾ ਲੱਗਿਆ ਹੋਣਾ ਕਈ ਵਾਰੀ ਇਕੱਲੇ ਦੇ ਵਿੱਚ ਬੈਠ ਕੇ ਤੁਹਾਨੂੰ ਕਦੇ ਕੁਝ ਦੱਸਿਆ ਸੀ ਇਦਾਂ ਦਾ, ਕੁਝ ਹਲਕਾ ਫੁਲਕਾ ਪਤਾ ਲੱਗਿਆ ਸੀ ਵਿਆਹ ਤੋਂ ਬਾਅਦ? ਨਹੀਂ ਵੀਰੇ, ਅਸੀਂ ਗੱਲ ਕਰਦੇ ਸੀ, ਉਹਨੇ 2019 ਦੇ ਵਿਆਹ ਤੋਂ ਬਾਅਦ ਹੀ ਕੁਝ ਸਟੇਟਸ ਪਾਏ ਸੀਗੇ, ਕਿਉਂਕਿ ਤੁਹਾਨੂੰ ਵੀ ਪਤਾ ਵੀ ਸੋਸ਼ਲ ਮੀਡੀਆ 'ਤੇ ਜਿੱਦਾਂ ਦਾ ਆਪਣਾ ਮਾਈਂਡ ਹੁੰਦਾ ਜਾਂ ਆਪਣੇ ਦਿਲ 'ਚ ਹੁੰਦੀ, ਅੱਜ ਕੱਲ੍ਹ ਹਰੇਕ ਸਟੇਟਸ ਰਾਹੀਂ ਬਿਆਨ ਕਰਦਾ ਲੋਕਾਂ। ਉਹਨੇ ਸਟੇਟਸ ਪਾਏ, ਮੈਂ ਉਹਨੂੰ ਮੈਸੇਜ ਕੀਤਾ, ਮੈਂ ਕਿਹਾ ਵੀ ਕੀ ਗੱਲ, ਵੀ ਤੇਰੀ ਬੈਂਤ ਨਾਲ ਲੜਾਈ ਹੋ ਗਈ ਜਾਂ ਕੋਈ, ਮੈਂ ਤੈਨੂੰ ਹੈਲਪ ਦੀ ਲੋੜ ਆ ਤਾਂ ਦੱਸ ਦੇ, ਅਸੀਂ ਬੈਠੇ ਹਾਂ। ਉਹ ਕਹਿੰਦਾ ਨਹੀਂ ਜੀ ਭਾਜੀ, ਕਹਿੰਦਾ ਠੀਕ ਆ ਵੈਸੇ ਹੀ ਪਾਤਾ, ਕਹਿੰਦਾ ਮੇਰਾ ਮੂਡ ਅੱਜ ਸੈੱਟ ਨਹੀਂ ਸੀ, ਮੈਂ ਪਾਤਾ। ਦੁਬਾਰਾ ਫੇਰ ਉਹਨੇ ਪਾਇਆ, ਮੈਂ ਫੇਰ ਉਹਨੂੰ ਪੁੱਛਿਆ ਦੁਬਾਰਾ, ਮੈਂ ਕਿਹਾ ਵੀ ਦੱਸ ਦੇ ਜੇ ਕੋਈ ਗੱਲਬਾਤ ਹੈਗੀ ਆ, ਵੀ ਅਸੀਂ ਗੱਲ ਕਰ ਲੈਂਦੇ ਹਾਂ, ਕੋਈ ਮਿਸਅੰਡਰਸਟੈਂਡਿੰਗ ਹੋ ਗਈ ਤੁਹਾਡੇ 'ਚ ਜਾਂ ਕੋਈ ਗੱਲਬਾਤ ਹੋ ਗਈ ਦੱਸ ਦਿਓ ਸਾਨੂੰ। ਕਹਿੰਦਾ ਨਹੀਂ ਜੀ ਬਸ ਵੈਸੇ ਹੀ ਪਾਇਆ। ਇਸ ਤੋਂ ਇਲਾਵਾ ਜਿੰਨੀ ਵਾਰੀ ਮੈਂ ਉਰੇ ਆਇਆ, ਮੈਂ ਇਕੱਲੇ ਨੂੰ ਸਾਈਡ 'ਤੇ ਲਿਆ ਕੇ ਪੁੱਛਿਆ ਵੀ ਆ, ਜਾਂ ਮੇਰੇ ਕੋਲ ਉਹਨੇ ਇਕੱਲੇ ਨੇ ਬੈਠੇ ਹੋਣਾ, ਮੈਂ ਸਾਰੀ ਗੱਲਬਾਤ ਪੁੱਛਣੀ ਵੀ ਕੀ ਪ੍ਰੋਸੈਸ ਚੱਲ ਰਿਹਾ ਤੇਰਾ। ਬਲਕਿ ਮੈਂ ਪੁੱਛ ਕੇ, ਸਾਨੂੰ ਐਂ ਸੀਗਾ ਵੀ ਫਾਈਲ ਲੱਗੂ, ਉਹਨੂੰ ITI ਉਹਦੀ ਕਾਰਪੈਂਟਰ ਦੀ ITI ਕਰਾਈ, ਅਸੀਂ ਪੁੱਛ ਕੇ, ਮੈਂ ਸਾਰਾ ਕੁਝ ਪਤਾ ਕੀਤਾ। ਮੈਨੂੰ ਜਿਹੜੇ ਮੇਰੇ ਫਰੈਂਡ ਸਰਕਲ ਸੀ ਉਹ ਕਹਿੰਦੇ ਵੀ ਇਹਨੂੰ ITI ਕਰਾਓ ਤੂੰ ਕਾਰਪੈਂਟਰ ਦੀ, ਉੱਧਰ ਜਾ ਕੇ ਜੋਬ ਲੱਭਣ ਜਿਹਨੂੰ ਆਸਾਨੀ ਹੋ ਜੂਗੀ, ਵੀ ਕਹਾਂ PR ਵੀ ਹੋ ਜੂਗਾ ਜਲਦੀ।
ਅਸੀਂ ਤਾਂ ਇਦਾਂ ਦੇ ਸੁਪਨੇ ਬੁਣੀ ਬੈਠੇ ਆ, ਸਾਨੂੰ ਆਹ ਗੱਲ ਦਾ ਪਤਾ ਹੀ ਨਹੀਂ ਸੀਗਾ ਵੀ ਐਡਾ ਵਿੱਚੋਂ ਨਿਕਲ ਗਿਆ ਖੁਲਾਸਾ ਹੋਊਗਾ। ਮਤਲਬ ਵਿਆਹ ਤੋਂ ਬਾਅਦ ਥੋੜਾ ਬਹੁਤਾ ਜਿਹੜਾ ਅੰਦਰ ਖਾਤੇ ਹੋਣ ਤਾਂ ਲੱਗ ਗਿਆ ਸੀ, ਕੁਝ ਨਾ ਕੁਝ ਸੰਕੇਤ ਆਪੇ ਦੇਣ ਲੱਗ ਗਿਆ, ਹਲਕੇ ਵੇਲੇ ਪਤਾ ਤਾਂ ਲੱਗ ਗਿਆ ਸੀ। ਹਾਂਜੀ ਹਾਂ, ਇਹ ਸਟਾਰਟਿੰਗ ਤਾਂ ਇਹਨਾਂ ਦੀ ਵਿਆਹ ਤੋਂ ਬਾਅਦ ਹੀ ਹੋ ਗਈ ਸੀ। ਉਹ ਲੜਕੀ ਕੁਛ ਨਾ ਕੁਛ ਇਹਨੂੰ ਕਹਿਣ ਲੱਗ ਗਈ ਹੋਊਗੀ ਜਾਂ ਇਗਨੋਰ ਕਰਨ ਲੱਗ ਗਈ, ਇਹ ਸਟਾਰਟ ਹੋ ਗਿਆ ਜਦੋਂ ਹੀ। ਹੌਲੀ ਹੌਲੀ ਕੰਮ ਵੱਧਦਾ ਗਿਆ ਅਤੇ 2020 ਦੇ ਸਟਾਰਟਿੰਗ 'ਚ ਅਸੀਂ ਫੀਸ ਭਰੀ ਆ ਲਾਸਟ। ਫੀਸ ਭਰਨ ਤੋਂ ਬਾਅਦ ਵੀ ਇਹਨੇ ਉਹਨੂੰ ਮੈਸੇਜ ਕੀਤਾ ਹੋਇਆ ਵੀ ਹੁਣ ਤਾਂ ਸਾਤੋਂ ਫੀਸ ਭਰਾ ਲਈ, ਹੁਣ ਤੈਨੂੰ ਸਾਡੀ ਕੀ ਲੋੜ ਆ। ਅੱਛਾ, ਇਹਨੇ ਸਿੱਧੀ ਗੱਲ ਮੈਂਸ਼ਨ ਕੀਤੀ ਹੋਈ ਆ ਵੀ ਹਾਂ ਤੈਨੂੰ ਹੁਣ ਸਾਡੀ ਕੋਈ ਲੋੜ ਨਹੀਂ, ਤਾਂ ਫੀਸ ਭਰਾ ਲਈ, ਬਸ ਠੀਕ ਆ। ਅੱਗੋਂ ਕੁੜੀ ਦਾ ਕੋਈ ਰਿਪਲਾਈ ਨਹੀਂ ਆਇਆ ਵੀ ਨਹੀਂ ਮੈਨੂੰ ਆਇਆ ਨਹੀਂ ਸੀ, ਤੁਸੀਂ ਆਹ ਕਿੱਦਾਂ ਕਹਿ ਰਹੇ ਹੋ, ਕਿਉਂਕਿ ਹੁੰਦਾ ਹੀ ਆ ਇੱਕ ਹਸਬੈਂਡ ਆਪਦੀ ਵਾਈਫ ਨੂੰ ਤੇ ਕੋਈ ਵੀ ਐਲੀਗੇਸ਼ਨ ਲਾਉਂਦਾ, ਜੇ ਉਹ ਸਹੀ ਆ ਉਹ ਸਿੱਧੀ ਗੱਲ ਹੋਊਗੀ ਵੀ ਹਾਂ ਦੱਸੋ ਬਿਲਕੁਲ ਮੈਂ ਕਿਹੜੀ ਜਗ੍ਹਾ ਮੈਂ ਗਲਤ ਹਾਂ, ਮੈਨੂੰ ਦੱਸੋ ਤਾਂ ਸਹੀ ਰੀਜ਼ਨ ਦੱਸੋ। ਨਾ ਕੋਈ ਸਾਨੂੰ ਉਹਨਾਂ ਦੇ ਘਰਦਿਆਂ ਵੱਲੋਂ ਕੁਝ ਵੀ ਕਦੇ ਆਏ ਗੱਲਬਾਤ ਵੀ ਤੁਹਾਡੇ ਮੁੰਡੇ ਨਾਲ ਗੱਲ ਕਰਦੀ ਆ ਜਾਂ ਕਿੱਦਾਂ, ਕੋਈ ਸਾਨੂੰ ਇੱਕ ਵਾਰੀ ਅਸੀਂ ਭੇਜਿਆ ਵੀ ਆ, ਵਿਚੋਲਿਆਂ ਨੂੰ ਕਿਹਾ ਵੀ ਆ ਵੀ ਕੁੜੀ ਸਾਡੀ ਤੁਹਾਡੀ ਕੁੜੀ ਗੱਲ ਨਹੀਂ ਕਰ ਰਹੀ ਸਾਡੇ ਮੁੰਡੇ ਨਾਲ। ਉਹ ਗਏ ਉਹਨਾਂ ਦੇ ਘਰ ਦੇ ਕਹਿੰਦੇ ਹਾਂਜੀ ਨਹੀਂ ਜੋ ਅਸੀਂ ਕਰਾਂਗੇ ਗੱਲ ਉਹਦੇ ਨਾਲ, ਉਹ ਗੱਲ ਕਰਿਆ ਕਰੂਗੀ। ਬਲਕਿ ਉਹਨੇ ਵਿਚੋਲੇ ਕੋਲ ਇਹ ਐਲੀਗੇਸ਼ਨ ਲਾਇਆ ਵੀ ਮੁੰਡਾ ਮੈਨੂੰ ਕਹਿੰਦਾ ਵੀ ਤੂੰ ਸਾਰਾ ਦਿਨ ਮੇਰੇ ਨਾਲ ਗੱਲ ਕਰਿਆ ਕਰ। ਅੱਛਾ ਜੀ, ਮੁੰਡਾ ਕਹਿੰਦਾ ਉਹਨੇ ਚੈਟ 'ਚ ਲਿਖਿਆ ਵੀ ਮੈਂ ਤਾਂ ਸਿਰਫ ਤੇਰੇ ਤੋਂ 20 ਮਿੰਟ ਮੰਗਦਾ ਦਿਨ ਦੇ, ਵੀ ਤੂੰ ਗਾਹਾਂ ਆਪਣੇ ਅੰਕਲ ਨੂੰ ਕਹਿ ਰਹੀ ਆ ਵੀ ਸਾਰਾ ਦਿਨ ਗੱਲ ਕਰਿਆ ਕਰੋ। ਇਹ ਤੋਂ ਹੀ ਪਤਾ ਲੱਗਦਾ ਵੀ ਉਹਦੇ ਮਨ 'ਚ ਚੋਰ ਸੀਗਾ। ਬਾਕੀ ਜਦੋਂ ਮੈਰਿਜ ਵਾਲੇ ਆਈ ਇੱਥੇ ਅਸੀਂ ਉਹਨੂੰ ਪੁੱਛ ਕੇ ਮੈਰਿਜ ਧਰੀ ਹੈ ਸਾਰੀ ਕੁੜੀ ਨੂੰ ਅਸੀਂ ਆਪ ਡਿਸੀਜਨ ਨਹੀਂ ਲਿਆ ਕੋਈ ਵੀ। ਉਹਨੇ ਦੱਸਿਆ ਵੀ ਹਾਂ ਮੈਂ ਇਸ ਟਾਈਮ ਆ ਸਕਦੀ ਹਾਂ, ਮੈਨੂੰ ਛੁੱਟੀ ਆ ਇਸ ਟਾਈਮ ਮਿਲੂਗੀ। ਉਦੋਂ ਤਾਂ ਕਰੋਨਾ ਦਾ ਵੀ ਨਹੀਂ ਕੋਈ ਹੈਗਾ ਸੀ, ਆਪਾਂ ਮੰਨੀਏ ਵੀ ਕੋਈ ਕਰੋਨਾ ਦੇ ਰਿਲੇਟਿਵ ਹੋਵੇ, ਕੋਈ ਜਾਂ ਜੌਬ 'ਚ ਦਿੱਕਤ ਆਉਂਦੀ ਹੋਵੇ ਜਾਂ ਫਲਾਈਟਾਂ ਬੰਦ ਹੁੰਦੀਆਂ ਹੋਣ। ਉਹ ਸਿਰਫ 10 ਦਿਨ ਰਹੀ ਹੈ ਜੀ। 5 ਤਰੀਕ ਨੂੰ ਆਈ ਆ ਉਹ ਸਿੱਧਾ ਆਪਦੇ ਘਰੇ, ਅਤੇ 7 ਨੂੰ ਸਾਡਾ ਵਿਆਹ ਸੀਗਾ। ਵਿਆਹ ਤੋਂ ਬਾਅਦ ਉਹ ਉਰੇ 5-4 ਦਿਨ ਰਹੀ, ਉਹਦੇ ਵਿੱਚ ਵੀ 1-2 ਦਿਨ ਤਾਂ ਹੀ ਲੰਘੇ। ਇੱਕ ਕਦੇ ਮੈਰਿਜ ਕਰਵਾਉਣ ਚਲੇ ਗਏ ਰਜਿਸਟਰਡ, ਅਤੇ ਜਾਂ ਕਿਤੇ ਬਾਹਰ ਅੰਦਰ ਜਿੱਦਾਂ ਵੀ ਮੱਥਾ ਮੁੱਥਾ ਟੇਕਣ ਚਲੇ ਗਏ, ਆਹ ਗੱਲਾਂ ਹੋਈਆਂ ਨੇ। 2-3 ਦਿਨ ਉਹ ਘਰੇ ਲੱਗ ਗਈ ਹੈ। ਇਸ ਤੋਂ ਬਾਅਦ ਉਹਨਾਂ ਨੇ ਮੰਨੋ ਵੀ ਕੋਈ ਉਹਦੇ ਐਂ ਨਹੀਂ ਮਨ 'ਚ ਆਇਆ ਵੀ ਹਾਂ ਨਹੀਂ ਕੋਈ ਜਿਹਨੇ ਜੈਨ ਉਹਨੂੰ ਵਿਆਹ ਕਰਨਾ ਹੁੰਦਾ ਉਹ 2-3 ਮਹੀਨੇ ਆਉਂਦਾ। ਬਿਲਕੁਲ ਉਹਨੂੰ ਐਂ ਹੁੰਦਾ ਵੀ ਮੈਂ ਆਪਦਾ ਪਾਸਪੋਰਟ ਵੀ ਚੇਂਜ ਕਰਵਾ ਕੇ ਲੈ ਕੇ ਜਾਵਾਂ। ਬਿਲਕੁਲ ਉਹਨੇ ਕੋਈ ਪਾਸਪੋਰਟ ਦੀ ਗੱਲ ਨਹੀਂ ਕੀਤੀ, ਸਿਰਫ ਮੈਰਿਜ ਰਜਿਸਟਰਡ ਕਰਾ ਕੇ ਚਲੀ ਗਈ। ਅੱਛਾ, ਇੱਕ ਚੀਜ਼ ਹੋਰ ਵੀ ਜਦੋਂ ਆਪਾਂ ਗੱਲਬਾਤ ਕਰ ਰਹੇ ਤੁਸੀਂ ਦੱਸਿਆ ਸੀ ਕਿ ਉਹਨੇ ਹਜੇ ਮੈਰਿਡ ਵੀ ਨਹੀਂ ਸ਼ੋਅ ਕੀਤਾ ਫੋਰਨ ਦੇ ਵਿੱਚ, ਕੈਨੇਡਾ ਦੇ ਵਿੱਚ। ਹਾਂਜੀ, ਇਹ ਵੀ ਸਾਨੂੰ ਗੱਲ ਪਤਾ ਲੱਗੀ ਆ ਵੀ ਜੋ ਹੁਣ ਉਹਨੇ ਵਰਕ ਪਰਮਿਟ ਅਪਲਾਈ ਕੀਤਾ ਹੋਇਆ ਉਹਦੇ ਵਿੱਚ ਉਹ ਅਨਮੈਰਿਡ ਸ਼ੋਅ ਕੀਤਾ ਹੋਇਆ। ਉਹਨੇ ਐਮਬੈਸੀ ਨੂੰ ਕੋਈ ਡਾਕੂਮੈਂਟ ਨਹੀਂ ਦਿੱਤਾ, ਕੋਈ ਆਪਦੀ ਪ੍ਰੋਫਾਈਲ ਅਪਡੇਟ ਨਹੀਂ ਕਰਵਾਈ ਜਾ ਕੇ ਵੀ ਮੈਂ ਵਿਆਹ ਕਰਵਾ ਕੇ ਆਈ ਹਾਂ, ਜਾਂ ਕੋਈ ਪ੍ਰੂਫ ਨਹੀਂ ਦਿੱਤਾ। ਇਹ ਮੁੰਡਾ ਸਾਡਾ ਮੰਗ ਰਿਹਾ ਸੀ ਨਾ ਜੋਬ ਲੈਟਰ ਉਹ ਤੋਂ। ਜੋਬ ਲੈਟਰ ਤਾਂ ਤਾਂ ਦਿੰਦੀ ਜੇ ਉੱਥੇ ਵਾਈਫ ਆਫ ਲਵਪ੍ਰੀਤ ਸਿੰਘ ਲਿਖਾਇਆ ਹੁੰਦਾ ਜੀ ਉਹਨੇ। ਉਹ ਇਕੱਲਾ ਬੇਅੰਤ ਕੌਰ ਚੱਲ ਰਿਹਾ ਸੀਗਾ, ਉਹ ਇਸ ਕਰਕੇ ਉਹ ਹਰ ਵਾਰ ਗੌਰਮੋ ਗੱਲਾਂ ਕਰਦੀ ਰਹੀ, ਲਾਰੇ ਲਾਉਂਦੀ ਰਹੀ ਇਹਨੂੰ ਮੁੰਡੇ ਨੂੰ। ਐਂ ਮੰਨੋ ਵੀ ਇਹ 2 ਸਾਲ ਹੋ ਗਏ ਨੂੰ ਹੌਲੀ ਬੰਦਾ ਡਿਪਰੈਸ਼ਨ 'ਚ ਤਾਂ ਜਾਂਦਾ ਹੀ ਹੈ। ਇਹ ਇੰਨੀਆਂ ਗੱਲਾਂ ਸੀ, ਇਹ ਇੱਥੋਂ ਤੱਕ ਇਹਨੇ ਆਹ ਵੀ ਗੱਲ ਕਹੀ ਆ ਵੀ ਤੂੰ ਇੱਥੇ ਆ ਜਾ, ਮੈਂ ਡੈਡੀ ਹੁਣਾਂ ਨਾਲ ਗੱਲ ਕਰ ਲੂੰ ਵੀ ਜੋ ਆਪਣੇ ਪੈਸੇ ਲੱਗੇ ਨੇ ਕੋਈ ਗੱਲ ਨਹੀਂ, ਵੀ ਤੂੰ ਉਰੇ ਆ ਜਾ ਜੇ ਮੇਰਾ ਨਹੀਂ ਬਣਦਾ। ਇਹਨੇ ਆਹ ਗੱਲ ਵੀ ਕਹੀ ਆ, ਕਿਉਂਕਿ ਇਹਨੂੰ ਐਂ ਸੀ ਵੀ ਸਾਡੀ ਅਸਲ ਮੈਰਿਜ ਹੋਈ ਆ, ਜਿੱਦਾਂ ਆਪਾਂ ਕਹਿੰਦੇ ਵੀ ਲਾਈਫ ਪਾਰਟਨਰ ਬਣਾ ਲਿਆ ਸੀ ਇਹਨੇ, ਪਰ ਉਹਨੇ ਇਹਨੂੰ ਮੰਨਿਆ ਨਹੀਂ। ਉਹਦੇ ਮਨ 'ਚ ਕੀ ਪਤਾ ਵੀ ਕਿਹਦੇ ਲਈ ਕੀ ਚੱਲ ਰਿਹਾ ਸੀਗਾ। ਹੌਲੀ ਸਾਨੂੰ ਤਾਂ ਗੱਲਾਂ ਦਾ ਹੁਣ ਚੈਟ 'ਚ ਹੀ ਪਤਾ ਲੱਗੀਆਂ ਨੇ ਗੱਲਾਂ। ਇਹ ਗੱਲਾਂ ਕਰਦਾ ਰਿਹਾ ਇਹਨੇ, ਬਲਕਿ ਉਹ ਐਂ ਵੀ ਕਹਿੰਦਾ ਸੀਗਾ ਵੀ ਮੈਨੂੰ ਤੇਰੇ ਬਿਨਾਂ ਕੈਨੇਡਾ ਵੀ ਨਹੀਂ ਚੰਗੀ ਲੱਗਦੀ। ਅੱਛਾ ਜੀ, ਇਹ ਚੈਟ ਦੇ ਵਿੱਚ ਲਿਖਿਆ। ਉਹ ਕਹਿੰਦਾ ਵੀ ਤੂੰ ਮੈਨੂੰ ਕੈਨੇਡਾ ਬੁਲਾਉਣਾ, ਅਤੇ ਉਹ ਕਹਿੰਦਾ ਵੀ ਕੈਨੇਡਾ ਬੁਲਾ ਕੇ ਤੂੰ ਮੈਨੂੰ ਛੱਡ ਹੀ ਦੇਣਾ, ਕਹਿੰਦਾ ਵੀ ਮੈਂ ਕੈਨੇਡਾ ਤੋਂ ਕੀ ਕਰਾਉਣਾ। ਹਾਂਜੀ, ਇਹ ਗੱਲਾਂ ਵੀ ਉਹ ਕਹਿ ਰਿਹਾ ਸੀ। ਅੱਛਾ ਭੈਣੇ, ਹੁਣ ਮੰਗ ਜਿਹੜੀ ਆ ਉਹ ਕੀ ਰਹੂਗੀ? ਸਰਕਾਰ ਤੱਕ ਗੁਹਾਰ ਜਾਂ ਬਾਹਰਲੇ ਵਿਦੇਸ਼ਾਂ ਦੇ ਵਿੱਚ ਬੈਠੇ ਭਰਾਵਾਂ ਤੱਕ ਗੁਹਾਰ ਜਿਹੜੇ ਕਿਸੇ ਤਰੀਕੇ ਦੇ ਨਾਲ ਮਦਦ ਕਰਨਾ ਚਾਹੁੰਦੇ, ਜਿੱਦਾਂ ਬਾਈ ਨੇ ਦੱਸਿਆ ਕਿ ਅਸੀਂ ਕਹਿੰਦੇ ਹਾਂ ਕਿ ਅਸੀਂ ਉਸ ਕੁੜੀ ਨੂੰ ਡਿਪੋਰਟ ਕਰਵਾਉਣਾ, ਕੀ ਮੰਗ ਰਹੂਗੀ? ਮੰਗ ਤਾਂ ਸਾਡੀ ਇਹੀ ਆ ਵੀ ਉਹ ਇੱਧਰ ਆਉਣੀ ਚਾਹੀਦੀ ਆ, ਉੱਧਰੋਂ ਡਿਪੋਰਟ ਹੋਣੀ ਚਾਹੀਦੀ ਆ। ਅੱਗੇ ਕੁੜੀਆਂ ਨੂੰ ਵੀ ਅਕਲ ਆ ਜੂਗੀ, ਅੱਗੇ ਤੋਂ ਕੋਈ ਧੋਖਾਧੜੀ ਨਹੀਂ ਕਰਨਗੀਆਂ, ਐਵੇਂ ਆਪਦੇ ਲਾਈਫ ਪਾਰਟਨਰ ਸਹੀ ਰਹਿਣਗੀਆਂ। ਅੱਛਾ ਬਾਈ, ਇੱਕ ਪੋਸਟ ਜਿਹੜੀ ਇੱਕ ਵਾਇਰਲ ਹੁੰਦੀ ਹੈ ਉਹਦੇ ਵਿੱਚ ਇੱਕ ਜਗਰਾਵਾਂ ਦੇ ਮੁੰਡੇ ਦਾ ਜ਼ਿਕਰ ਆ ਰਿਹਾ, ਤੁਹਾਨੂੰ ਇਸੇ ਬਾਰੇ ਕੁਝ ਨੌਲੇਜ ਥੋੜ੍ਹੀ ਬਹੁਤੀ ਹੈ? ਜਗਰਾਵਾਂ ਦੇ ਮੁੰਡੇ ਦਾ ਜ਼ਿਕਰ ਹੋ ਰਿਹਾ ਜਿਹੜਾ, ਇਹ ਬਾਈ ਸਾਨੂੰ ਉੱਥੋਂ ਹੀ ਪਤਾ ਲੱਗਿਆ। ਇਹ ਕਹਿੰਦੇ ਮੁੰਡੇ ਨਾਲ ਇਹ ਰਿਲੇਸ਼ਨ 'ਚ ਤੇ ਉੱਥੇ ਦੇਖੋ ਇਹਨੂੰ ਅਸੀਂ ਕਨਫਰਮ ਨਹੀਂ ਕਰਦੇ ਕਿਉਂਕਿ ਅਸੀਂ ਕੁਝ ਦੇਖਿਆ ਤਾਂ ਨਹੀਂ, ਇਸ ਤਾਂ ਇੰਡੀਆ ਬੈਠੇ ਹਾਂ। ਵੀ ਜਿੱਦਾਂ ਸਾਨੂੰ ਹੁਣ ਫੋਨ ਆ ਰਹੇ ਨੇ ਉੱਥੋਂ ਹੀ ਸਾਨੂੰ ਉਹ ਦੱਸੀ ਜਾਂਦੇ ਨੇ, ਉਹੀ ਸਾਨੂੰ ਬਲਕਿ ਉਦੋਂ 'ਚੋਂ ਸੱਚੇ 'ਚ ਇਹ ਲੱਗ ਰਿਹਾ ਵੀ ਮੁੰਡਾ ਸਾਰੇ ਅਕਾਊਂਟ ਬੰਦ ਕਰ ਗਿਆ ਆਪਦੇ। ਅੱਛਾ ਜੀ, ਅੱਧਾ ਤੁਸੀਂ ਮੰਨ ਲਓ ਤੁਸੀਂ ਮੇਰੇ ਤੇ ਐਲੀਗੇਸ਼ਨ ਲਾ ਦਿਓ, ਮੈਂ ਕੋਈ ਜਵਾਬ ਤਾਂ ਦਊਂਗਾ ਨਾ,
ਜਿੱਦਾਂ ਹੁਣ ਕੁੜੀ ਵਾਲੇ ਮੀਡੀਆ 'ਚ ਨਹੀਂ ਆ ਰਹੇ, ਕੁੜੀ ਨਹੀਂ ਮੀਡੀਆ 'ਚ ਆ ਰਹੀ, ਸਾਡੇ ਕੋਲ ਇੱਥੇ ਪਤਾ ਨਹੀਂ ਕਿੰਨੇ ਕੁ ਪੱਤਰਕਾਰ ਆਉਂਦੇ, ਅਸੀਂ ਹਰੇਕ ਨੂੰ ਇੰਟਰਵਿਊ ਦੇ ਕੇ ਤੋਰ ਦਿੰਦੇ ਹਾਂ। ਤੁਸੀਂ ਜੋ ਸਵਾਲ ਕਰੋ ਸਾਡੇ ਕੋਲ ਜਵਾਬ ਹੈ, ਦੇਵਾਂਗੇ। ਕੁੜੀ ਨੇ ਕੋਈ ਇੰਟਰਵਿਊ ਨਹੀਂ ਕਰੀ, ਉਹਨਾਂ ਦੀ ਕੁੜੀ ਦੀ ਫੈਮਿਲੀ ਨੇ ਕੋਈ ਇੰਟਰਵਿਊ ਨਹੀਂ ਕੀਤੀ। ਤੇ ਉਹ ਜਿਹੜਾ ਮੁੰਡਾ ਸੀ ਜਿਹਦਾ ਨਾਂ ਤੁਸੀਂ ਜਗਰਾਵਾਂ ਵਾਲਾ ਕਹਿ ਰਹੇ ਹੋ, ਸ਼ਾਇਦ ਲੁਧਿਆਣੇ ਦੇ ਪਤਾ ਨਹੀਂ ਕਿੱਥੋਂ ਦਾ, ਪਰ ਉਹ ਆਪਣੇ ਅਕਾਊਂਟ ਸਾਰੇ ਬੰਦ ਕਰ ਗਿਆ। ਅੱਛਾ ਜੀ। ਉਹਦਾ ਅਕਾਊਂਟ ਬੰਦ ਕਰਨ ਦਾ ਕੋਈ ਤਾਂ ਕਾਰਨ ਹੈਗਾ। ਤੁਸੀਂ ਆਪਣਾ ਅਕਾਊਂਟ ਕਿਉਂ ਬੰਦ ਕਰੋਗੇ ਨੈੱਟ ਤੋਂ? ਟਵਿੱਟਰ ਤੋਂ ਬਚ ਗਿਆ ਉਹ, ਇੰਸਟਾਗ੍ਰਾਮ ਤੋਂ ਗਿਆ, ਫੇਸਬੁੱਕ ਤੋਂ ਗਿਆ। ਅਸੀਂ ਸਹੀ ਹਾਂ, ਸਾਡੇ ਸਾਰੇ ਅਕਾਊਂਟ ਚੱਲ ਰਹੇ ਨੇ, ਕੋਈ ਚੱਕਰ ਨਹੀਂ। ਮੇਰਾ ਫੇਸਬੁੱਕ 'ਤੇ ਵੀ ਨੰਬਰ ਪਾਇਆ ਹੋਇਆ ਹੈਗਾ, ਜੋ ਮਰਜ਼ੀ ਕਾਲ ਕਰੋ। ਬਹੁਤ ਲੋਕਾਂ ਨੇ ਮੈਨੂੰ ਫੇਸਬੁੱਕ ਤੋਂ ਕਾਲ ਕੀਤੀ ਹੈਗੀ। ਆਪਾਂ ਨੂੰ ਡਰ, ਆਪਾਂ ਸਹੀ ਹਾਂ, ਆਪਾਂ ਨੇ ਕੋਈ ਗਲਤ ਕੀਤਾ ਹੈਗਾ। ਹੁਣ ਬਾਈ ਮੰਗ ਕੀ ਰਹੂਗੀ ਸਰਕਾਰ ਤਾਂ, ਖਾਸ ਕਰ ਬਾਹਰਲੇ ਭਰਾਵਾਂ ਤੱਕ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਨਾਲ ਮਦਦ ਜਿਹੜੀ ਆ ਕਰਨਾ ਚਾਹੁੰਦੇ ਆ ਲਾਡੀ ਦੇ ਪਰਿਵਾਰ ਦੀ? ਲਾਡੀ ਦੇ ਪਰਿਵਾਰ ਦੀ ਮਦਦ ਇੱਕੋ ਹੀ ਹੈ ਵੀਰੇ, ਅਸੀਂ ਉਹ ਕੁੜੀ ਰਿਪੋਰਟ ਕਰਾਉਣੀ ਹੈ ਬਸ। ਸਾਨੂੰ ਉੱਥੇ ਕੋਈ ਵਕੀਲ ਹਾਇਰ ਕਰ ਲਓ। ਜਿਹੜਾ ਮੁੰਡਾ ਦੱਸਿਆ ਸੀ ਉਹਨੂੰ, ਟਰੱਕ ਵਾਲਾ, ਉਹਨੇ ਮੈਨੂੰ ਇਹ ਗੱਲ ਕਹੀ ਹੈ, ਕਹਿੰਦਾ ਚਾਹੇ ਬਾਈ ਸਾਨੂੰ $50,000 ਇਕੱਠਾ ਕਰਨਾ ਪੈ ਜੇ, 20 ਕਰਨਾ ਪੈ, ਯਾਨੀ ਕਿ ਜਿੰਨੇ ਵੀ ਅਸੀਂ ਕਰਾਂਗੇ ਵੱਧ ਤੋਂ ਵੱਧ। ਤੇ ਮੈਂ ਕਿਹਾ ਵੀ ਸਾਨੂੰ ਇੱਥੇ ਹੀ ਸਾਡੀ ਹੈਲਪ ਕਰ ਦਿਓ ਬਸ ਇਕੱਲੀ। ਇੰਡੀਆ 'ਚ ਕੋਈ ਨਹੀਂ, ਸਾਡਾ ਸੈੱਟ ਆ ਪਰਮਾਤਮਾ ਦੀ ਕਿਰਪਾ ਨਾਲ। ਉਹ ਇੱਥੇ ਆ ਗਈ, ਸਾਡਾ ਸਾਰਾ ਕੁਝ ਹੀ ਹੋ ਗਿਆ ਬਸ। ਇੱਕੋ ਹੱਲ ਹੈ ਬਸ, ਉਹ ਇੱਥੇ ਆ ਜੇ ਤੇ ਡਿਪੋਰਟ ਹੋ ਜੇ, ਬਸ ਸਾਰੇ ਸਾਡੇ ਮਸਲੇ ਹੱਲ ਹੋ ਜਾਣਗੇ। ਬਹੁਤ ਬਹੁਤ ਧੰਨਵਾਦ। ਇਹ ਉਹ ਪਰਿਵਾਰ ਸੀ ਜਿਹੜਾ ਇਹ ਸੰਤਾਪ ਚੱਲ ਰਿਹਾ ਆ। 9 ਵਜੇ ਪੁੱਤਰ ਪਿਓ ਦੇ ਨਾਲ ਜਿਹੜੀ ਆ ਰੋਟੀ ਖਾਂਦਾ ਆ, ਉਸ ਤੋਂ ਬਾਅਦ ਘਰ ਤੋਂ ਬਾਹਰ ਜਾਂਦਾ ਆ, ਤਾਂ ਵਾਪਸ ਅਗਲੇ ਦਿਨ ਸਿਰਫ ਫੋਨ ਕਾਲ ਆਉਂਦੀ ਹੈ ਇੱਕ, ਕਿ ਤੁਹਾਡਾ ਮੁੰਡਾ ਉੱਥੇ ਪਿਆ ਆ। ਉਸ ਭੈਣ ਦੇ ਹਾਲਾਤ ਕੀ ਨੇ ਅਸੀਂ ਦੇਖਿਆ, ਉਸ ਬਾਪ ਦੇ ਹਾਲਾਤ ਕੀ ਨੇ, ਉਸ ਚਾਚੇ ਦੇ ਹਾਲਾਤ ਕੀ ਨੇ, ਉਸ ਮਾਂ ਦੇ ਹਾਲਾਤ ਕੀ ਨੇ, ਜਿਨ੍ਹਾਂ ਨੇ ਕੈਨੇਡਾ ਦੇ ਚਾਅ ਦੇ ਵਿੱਚ ਕਿ ਸਾਡਾ ਮੁੰਡਾ ਕੈਨੇਡਾ ਜਾਊਗਾ, ਆਪਣਾ ਪੁੱਤ ਹੀ ਗਵਾ ਲਿਆ। ਤਾਂ ਅਸੀਂ ਇੱਦਾਂ ਦੀਆਂ ਕੁੜੀਆਂ ਨੂੰ ਕੀ ਕਹਾਂਗੇ ਜਿਹੜਾ ਇੱਦਾਂ ਦੀਆਂ ਧੋਖਾਧੜੀ ਕਰਦੀਆਂ ਨੇ? ਕੋਈ ਜ਼ਮਾਨਾ ਸੀ ਜਾਲੀ ਮੈਰਿਜ ਦਾ, ਕਿ ਜਾਲੀ ਮੈਰਿਜ ਕਰਵਾ ਕੇ ਭਾਈ ਬਾਹਰ ਤੁਰ ਜਾਂਦੇ ਸੀ, ਪਰ ਇੱਥੇ ਤਾਂ ਪੱਕਾ ਵਿਆਹ ਹੋਇਆ, ਪੱਕੀ ਮੈਰਿਜ ਹੋਈ ਆ। ਪਰਿਵਾਰ ਨੇ ਆਪਣਾ ਜਿਹੜਾ ਕਿੱਲਾ ਗਹਿਣੇ ਧਰ ਕੇ 24 ਲੱਖ ਲਾ ਬਾਹਰ ਭੇਜਿਆ, ਤਾਂ ਜੋ ਸਾਡਾ ਕੱਲ੍ਹ ਸੁਨਹਿਰੀ ਹੋ ਜਾਊਗਾ। ਪਰ ਕੱਲ੍ਹ ਸੁਨਹਿਰੀ ਹੋਣਾ ਤਾਂ ਬੜੇ ਦੂਰ ਦੀ ਗੱਲ ਆ। ਉਹਨਾਂ ਦਾ ਜਿਹੜਾ ਚਿਰਾਗ ਸੀ ਉਹ ਵੀ ਬੁਝ ਗਿਆ। ਆਫ ਰਿਕਾਰਡ ਬਾਈ ਜੀ ਹੋਰੇ ਦੱਸ ਰਹੇ ਸੀ ਕਿ ਬੜੀਆਂ ਅਸੀਂ ਜਿੱਦਾਂ ਕਹਿੰਦੇ ਆ ਬੜੇ ਭਾਈ ਬੜੀਆਂ ਮਟੀਆਂ 'ਤੇ ਗਏ ਆ, ਬੜੇ ਦੀਵੇ ਜਗਾਏ ਆ, ਉਸ ਤੋਂ ਬਾਅਦ ਕਿਤੇ ਜਾ ਕੇ ਲਾਡੀ ਪੈਦਾ ਹੋਇਆ ਸੀ। ਇਹ ਤਰਾਸਦੀ ਇੱਕ ਪਰਿਵਾਰ ਦੀ ਨਹੀਂ, ਇਹ ਤਰਾਸਦੀ ਪੰਜਾਬ ਦੇ ਪਤਾ ਨਹੀਂ ਕਿੰਨੇ ਪਰਿਵਾਰਾਂ ਦੀ ਆ। ਪਰ ਇੱਕ ਪਰਿਵਾਰ ਸਾਹਮਣੇ ਆਇਆ। ਇੱਦਾਂ ਦੀਆਂ ਚੀਜ਼ਾਂ ਸਾਹਮਣੇ ਲਿਆਉਣੀਆਂ ਜ਼ਰੂਰੀ ਨੇ, ਤਾਂ ਜੋ ਅਗਲੇ ਲੋਕਾਂ ਨੂੰ ਕੰਨ ਹੋ ਸਕਣ, ਜਾਂ ਉਹਨਾਂ ਕੁੜੀਆਂ ਨੂੰ ਕੰਨ ਹੋ ਸਕਣ ਜਿਹੜੀਆਂ ਸ਼ਾਇਦ ਕਿਤੇ ਨਾ ਕਿਤੇ ਸੋਚ ਰਹੀਆਂ ਨੇ ਕਿ ਹੁਣ ਅਸੀਂ 24 ਲੱਖ 25 ਲੱਖ 30 ਲੱਖ ਲਵਾਤਾ, ਹੁਣ ਅਸੀਂ ਕੀ ਕਰਨਾ ਆ। ਤਾਂ ਉਸ ਤੋਂ ਬਾਅਦ ਅਗਲੇ ਪਰਿਵਾਰ ਦੇ ਹਾਲਾਤ, ਉਹ ਜਿਉਂਦੇ ਜੀ ਅਗਲਾ ਪਰਿਵਾਰ ਜਿਹੜਾ ਆ ਮਰ ਜਾਂਦਾ ਹੈ। ਤਾਂ ਇਦਾਂ ਦੀਆਂ ਰਿਪੋਰਟਸ ਲੈ ਕੇ ਅੱਗੇ ਵੀ ਹਾਜ਼ਰ ਹੁੰਦੇ ਰਹਾਂਗੇ। ਹੁਣ ਆਪਣੇ ਦੋਸਤ ਜਸ ਗਰੇਵਾਲ ਦੇ ਇਜਾਜ਼ਤ, ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।